ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ 24 ਜਿਹੜੇ ਪਦੇ ਆ ਉਹ ਵਿਚਾਰ ਰਹੇ ਆ। ਅੱਜ ਦੇ ਵਿਚਾਰ ਦੇ ਨਾਲ ਲੜੀ ਜੋੜਨ ਲਈ ਆਪਾਂ ਇੱਕ ਵਾਰ ਪਿਛਲਾ ਪਦਾ ਪੜ੍ਹਦੇ ਆ। ਆਦਿ ਕੋ ਵਿਸਮਾਦ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ ਅਕਲਪਤ ਮੁਦਰਾ ਗੁਰ ਗਿਆਨ ਵਿਚਾਰੀ ਅਲੇ ਘਾਟੇ ਘਾਟੇ ਸਾਚਾ ਸਰਬ ਜੀਆ ਗੁਰ ਬਚਨੀ ਅਵਗਤੇ ਸਮਾਈਐ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲੈ। ਹੁਣ ਇਹ ਚੀਜ਼ ਯਾਦ ਰੱਖਣੀ ਹੈ ਕਿ ਸੇਵੈ ਸਿੱਖ ਜਿਹੜਾ ਹੁਣ ਇੱਥੇ ਸਿੱਖ ਦੇ ਖੱਖੇ ਨੂੰ ਔਂਕੜ ਹੈ। ਜਿਸ ਤਰ੍ਹਾਂ ਆਪਾਂ ਗੁਰਮੁਖ ਦੀ ਵਿਚਾਰ ਜਿਹੜੀ ਖੋਲ ਕੇ ਆਏ ਆ ਕਿ ਗੁਰਮੁਖ ਜਿਹੜਾ ਕੌਣ ਹੈ, ਉਹਦੇ ਚ ਕਿਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ। ਹੁਣ ਇੱਥੇ ਜਿਹੜਾ ਸਿੱਖ ਲਫ਼ਜ਼ ਹੈ ਬਿਲਕੁਲ ਉਹਦਾ ਜਿਹੜਾ ਮੀਨਿੰਗ ਹੈ ਉਹ ਉਹੀ ਰਹੇਗਾ, ਚੇਂਜ ਨਹੀਂ ਹੋਏਗਾ। ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿੱਖ ਸੋ ਖੋਜ ਲੈ। ਸਿੱਖ ਦਾ ਅਕੀਦਾ, ਸਿੱਖ ਦਾ ਭਰੋਸਾ, ਸਿੱਖ ਦਾ ਪਿਆਰ, ਸਿੱਖ ਦਾ ਜਪਣਾ ਜਿਹੜਾ ਦੂਸਰਾ ਕੋਈ ਹੈ ਹੀ ਨਹੀਂ। ਇੱਕ ਤੇ ਭਰੋਸਾ, ਇੱਕ ਅਕਾਲ ਪੁਰਖ, ਇੱਕ ਸ਼ਬਦ, ਇੱਕ ਨਾਮ ਨੂੰ ਜਪਦਾ ਸਿੱਖ। ਇੱਕ ਅਕਾਲ ਪੁਰਖ ਨੂੰ ਮੰਨਣਾ, ਇੱਕ ਅਕਾਲ ਪੁਰਖ ਵਿੱਚ ਭਰੋਸਾ, ਇੱਕ ਅਕਾਲ ਪੁਰਖ ਤੋਂ ਦੀਖਿਤ ਹੋਣਾ ਔਰ ਇੱਕ ਅਕਾਲ ਪੁਰਖ ਦਾ ਜਪ ਕਰਨਾ, ਉਹ ਹੈ ਖੋਜੇ ਲਹਿ। ਖੋਜੇ ਦਾ ਵੀ ਅਸੀਂ ਦੱਸ ਆਏ ਹਾਂ ਵੀ ਇਹ ਕੋਈ ਫਰੋਲਣਾ ਨਹੀਂ ਹੈ, ਕੋਈ ਖੋਜ ਨਹੀਂ ਕਰਨੀ ਕਿਤੇ ਗੁਫਾ 'ਚ ਜਾ ਕੇ। ਇਹ ਰੋਜ਼ ਹੀ ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਇਹ ਹੈ ਖੋਜਣਾ। ਬੰਦੇ ਖੋਜ ਦਿਲ ਹਰ ਰੋਜ਼ ਆਪਣਾ ਐਨਾਲਿਸਿਸ ਕਰ ਕਰਕੇ ਆਪਣੇ ਆਪ ਨੂੰ ਵਾਚ ਕੇ ਆਪਾਂ ਨਾਮ ਜਪਣਾ। ਹੁਕਮ ਬਿਸਮਾਦ ਹੁਕਮੇ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ। ਇਹ ਫਿਰ ਇਹ ਜਿਹੜੀ ਅਵਸਥਾ, ਜਦੋਂ ਇਹ ਸਟੇਟ ਆਫ ਮਾਈਂਡ ਆਏਗੀ, ਉਹ ਫਿਰ ਅਸਲ ਜੋਗੀ ਹੋਏਗਾ। ਇਹ ਨੰਬਰ 23। ਇਸ ਤੋਂ ਬਾਅਦ ਨੰਬਰ 24 ਅਵਗਤੋ ਨਿਰਮਾਇਲ ਉਪਜੈ ਨਿਰਗੁਣ ਤੇ ਸਰਗੁਣ ਥੀਆ। ਕਿੱਥੇ ਅਵਸਥਾ ਪਹੁੰਚ ਗਈ ਹੈ? ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦੇ ਸਮਾਏ ਲਿਆ ਏਕੈ ਕੋ ਸੱਚ ਏਕਾ ਜਾਣੈ ਹਉਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ। ਲਾਈਟ ਹੋ ਗਈ, ਅੰਦਰ ਪ੍ਰਕਾਸ਼ ਹੋ ਗਿਆ। ਇਹ ਵੀ ਸਟੇਟ ਆਫ ਮਾਈਂਡ ਹੈ। ਔਰ ਅੰਦਰ ਕੁਛ ਨਹੀਂ ਲੱਭਣਾ। ਜੀਵਤ ਮਰੈ ਤਾਂ ਸਭ ਕਿਛ ਸੁਝੈ। ਕੋਈ ਐਸਾ ਭੇਦ, ਕੋਈ ਐਸਾ ਗੁੱਝੀਆਂ ਗੱਲਾਂ ਲੁਕੀਆਂ ਨਹੀਂ ਰਹਿਣਗੀਆਂ ਉਸ ਤੋਂ, ਉਸ ਅਕਾਲ ਪੁਰਖ ਦੇ ਬਾਰੇ। ਅੰਤਰੇ ਜਾਣੈ ਸਰਬ ਦਇਆ ਨਾਨਕ ਤਾ ਕੋ ਮਿਲੈ ਵਡਾਈ ਆਪ ਪਛਾਣੈ ਸਰਬ ਜੀ। ਹੁਣ ਇਹ ਸਿੱਖ ਦੀ, ਗੁਰਸਿੱਖ ਦੀ, ਜੋਗੀ ਦੀ ਗੱਲ ਹੋ ਰਹੀ ਹੈ ਵੀ ਅਸਲ ਜੋਗੀ ਕਿਹੜਾ ਹੈ, ਸਿੱਖ ਕਿਹੜਾ ਹੈ, ਗੁਰਸਿੱਖ ਕਿਹੜਾ ਹੈ। ਆਓ ਹੁਣ ਆਪਾਂ 25 ਨੰਬਰ ਪਦਾ ਅੱਜ ਵਿਚਾਰੀਏ ਔਰ ਇਸ ਤੋਂ ਅੱਗੇ ਆਪਣੇ ਟਾਈਮ ਦੇ ਵਿੱਚ ਜਿੰਨਾ ਵੀ ਵਿਚਾਰ ਆਪਾਂ ਕਰ ਸਕਾਂਗੇ ਉਹਨਾਂ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਹੈ ਜੀ ਪੇਜ ਨੰਬਰ 940 ਤੇ ਇਹ ਜਿਹੜਾ 25 ਨੰਬਰ ਪਦਾ ਲਿਖਿਆ, ਇਹਦੀ ਵਿਚਾਰ ਆਪਾਂ ਅੱਜ ਸ਼ੁਰੂਆਤ ਕਰਦੇ ਹਾਂ। ਸਾਚੋ ਉਪਜੈ ਸਾਚੇ ਸਮਾਵੈ ਸਾਚੇ ਸੂਚੇ ਏਕ ਮਇਆ।
ਹੁਣ ਇਹ ਪਿੱਛੇ ਜਿਹੜੀ ਗੱਲ ਹੋ ਰਹੀ ਹੈ ਜੋਗੀ ਦੀ, ਜਿਹੜੀ ਸਿੱਖ ਦੀ, ਗੁਰਸਿੱਖ ਦੀ ਗੱਲ ਹੋ ਰਹੀ ਹੈ, ਉਹ ਕਿੱਥੋਂ ਆਉਂਦਾ? ਉਹਨੂੰ ਅਕਾਲ ਪੁਰਖ ਆਪ ਭੇਜਦਾ, ਉਹਦੀ ਰਚਨਾ ਅਕਾਲ ਪੁਰਖ ਆਪ ਕਰਦਾ। ਉਹ ਇੱਥੇ ਜੱਗ ਤੇ ਆਉਂਦਾ, ਨਾਮ ਦਾ ਅਭਿਆਸ, ਸਾਚੇ ਸਮਾਵੇ, ਅਭਿਆਸ ਕਰ ਕਰਕੇ ਉਹ ਉਸ ਸੱਚ ਦੇ ਵਿੱਚ ਹੀ ਸਮਾ ਜਾਂਦਾ, ਸਾਚੇ ਸੁੱਚੇ ਏਕਮਇਆ। ਔਰ ਉਹ ਪ੍ਰਭ ਤੇ ਜਿਹੜਾ ਗੁਰਮੁਖ ਹੈ, ਖੱਖੇ ਨੂੰ ਸਿਹਾਰੀ ਵਾਲਾ ਨਹੀਂ, ਖੱਖੇ ਨੂੰ ਔਂਕੜ ਵਾਲਾ, ਜਿਹਨੂੰ ਪਿੱਛੇ ਸਿੱਖ ਲਿਖਿਆ, ਜਿਹੜਾ ਅਸੀਂ ਲਫ਼ਜ਼ ਪਿੱਛੇ 23 ਨੰਬਰ ਪਦੇ ਚ ਸਿੱਖ ਪੜ੍ਹ ਕੇ ਆਏ, ਉਹ ਇੱਕ ਰੂਪ ਹੋ ਜਾਂਦੇ ਆ। ਅਕਾਲ ਪੁਰਖ ਉਹਦੀ ਰਚਨਾ ਕਰਦਾ, ਜੀਵਨ ਚ ਆ ਕੇ ਉਹ ਇੱਕ ਤੇ ਭਰੋਸਾ, ਇੱਕ ਨਾਲ ਪਿਆਰ, ਇੱਕ ਤੋਂ ਦੀਖਿਅਤ ਔਰ ਇੱਕ ਦਾ ਸ਼ਬਦ ਦਾ ਜਪਣਾ, ਸਾਚੇ ਸੁੱਚੇ ਏਕਮਇਆ। ਤੇ ਉਸ ਸੱਚੇ ਉਸ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਤੇ ਉਸ ਦਾ ਰੂਪ ਹੀ ਬਣ ਜਾਂਦਾ ਹੈ। ਝੂਠੇ ਆਵੇ ਠਵਰ ਨਾ ਪਾਵੇ, ਦੂਜੇ ਆਵਾ ਗੌਣ ਪੈ। ਪਰ ਜਿਹੜੇ ਮਾਇਆ ਦੇ ਵਿੱਚ ਵਿਆਪੇ ਹੋਏ, ਜਿਨ੍ਹਾਂ ਦਾ ਮਨ ਵਿਚਾਰਾਂ ਦੇ ਅਧੀਨ ਹੈ, ਉਹ ਇਸ ਦੂਜੇ ਭਾਵ ਚੋਂ ਨਿਕਲ ਨਹੀਂ ਸਕਦੇ, ਔਰ ਉਹਨਾਂ ਦਾ ਜਿਹੜਾ ਜਨਮ ਹੈ, ਮਰਨ ਹੈ, ਉਹਦਾ ਜਿਹੜਾ ਗੇੜ ਉਹਨਾਂ ਨੂੰ ਪਿਆ ਰਹਿੰਦਾ। ਝੂਠੇ ਆਵੇ ਠਵਰ ਨਾ ਪਾਵੇ, ਦੂਜੇ ਆਵਾ ਗੌਣ ਪਿਆ। ਉਹਨਾਂ ਨੂੰ ਝੂਠੇ ਲਿਖ ਦਿੱਤਾ, ਨਾਸਵੰਤ ਲਿਖ ਦਿੱਤਾ। ਮਾਇਆ ਦੇ ਵਿੱਚ ਜਿਹੜਾ ਵੀ ਵਿਆਪਿਆ ਉਹ ਝੂਠਾ ਹੈ, ਕਿਉਂਕਿ ਉਹਨੇ ਸੱਚਾ ਹੋਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਹਨੇ ਸੱਚ ਦੇ ਵਿੱਚ ਸਮਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅਸੀਂ, ਇਹ ਅੱਗੇ ਆਏਗਾ ਇਸੇ ਦੇ ਵਿੱਚ, ਅਸੀਂ ਕੋਈ ਰਿਜ਼ਲਟ ਨਹੀਂ ਦੇਖਣਾ। ਰਿਜ਼ਲਟ ਦੇਖਣਾ ਕਿ ਨਾਮ ਜਪ ਕੇ ਸਾਨੂੰ ਹੋ ਕੀ ਰਿਹਾ, ਇਹ ਵੀ ਗਲਤ ਹੈ। ਇਹ ਅਸੀਂ ਫਿਰ ਇੱਛਾ ਦਾ ਵਿਚਾਰ ਸਾਡੇ ਅੰਦਰ ਚੱਲੂਗਾ। ਇਸੇ ਪਦੇ ਚ ਜਾਂ ਅਗਲੇ ਪਦੇ ਚ ਆਏਗਾ, ਕਿਤੇ ਆਪਾਂ ਵਿਚਾਰਦੇ ਹਾਂ। ਕਹਿੰਦੇ ਆਵਾ ਗਾਉਣ ਮਿਟੈ ਗੁਰ ਸ਼ਬਦੀ। ਐਸੀ ਇਹ ਵਿਧੀ ਹੈ ਗੁਰੂ ਘਰ ਦੀ। ਕਹਿੰਦੇ ਕੀ ਹੋਇਆ ਜੇ ਤੂੰ ਝੂਠਾ ਰਹਿ ਗਿਆ, ਕੀ ਹੋਇਆ ਜੇ ਤੂੰ ਮਾਇਆ ਚ ਲਿਪਟਿਆ ਰਹਿ ਗਿਆ, ਕੀ ਹੋਇਆ ਜੇ ਤੇਰਾ ਮਨ ਨਹੀਂ ਖੜ ਸਕਿਆ, ਕੀ ਹੋਇਆ ਜੇ ਤੂੰ ਜਨਮ ਮਰਨ ਦੇ ਗੇੜ ਤੋਂ ਮੁਕਤ ਨਹੀਂ ਹੋਇਆ। ਕਹਿੰਦੇ ਆ ਤੈਨੂੰ ਤਰੀਕਾ ਦੱਸਦਾ ਮੈਂ, ਆਵਾ ਗਾਉਣ ਮਿਟੈ ਗੁਰ ਸ਼ਬਦੀ। ਕਹਿੰਦੇ ਗੁਰੂ ਦੇ ਸ਼ਬਦ ਨਾਲ ਤੂੰ ਇਹ ਆਵਾ ਗਾਉਣ ਮਿਟਾ ਸਕਦਾ। ਆਪੇ ਪਰਖੈ ਬਖਸ਼ ਲਿਆ। ਆਪੇ ਪਰਖੈ, ਉਹ ਅਕਾਲ ਪੁਰਖ ਆਪ ਹੀ ਪਛਾਣ ਲਏ, ਆਪ ਹੀ ਉਹਨੂੰ ਦਾਤਾ ਬੜਾ ਜਾਣੀ ਜਾਣ ਹੈ, ਦਾਤਾ ਬੜਾ ਬੇਅੰਤ ਹੈ। ਔਰ ਅਸੀਂ ਕੀ ਕਰਦੇ ਹਾਂ, ਅਸੀਂ ਅਰਦਾਸਾਂ 'ਚ ਖਲੋ ਕੇ ਨਾ, ਦੇਖਿਓ ਕਦੇ ਗੁਰਦੁਆਰੇ ਜਾਓਗੇ ਤੇ ਨੋਟਿਸ ਕਰਿਓ, ਉਹ ਭਾਈ ਸਾਹਿਬ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਜਦੋਂ ਭੋਗ ਪੈਂਦਾ ਨਾ, ਉਹ ਗਣਾਉਂਦੇ ਨੇ ਬਈ ਜਪਜੀ ਸਾਹਿਬ ਦਾ ਪਾਠ ਹੋਇਆ, ਉਸ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਹੋਇਆ, ਉਸ ਤੋਂ ਬਾਅਦ ਆਸਾ ਦੀ ਵਾਰ ਹੋਈ, ਆਨੰਦ ਸਾਹਿਬ ਦੀਆਂ 6 ਪੌੜੀਆਂ, ਪਹਿਲੀਆਂ 5 ਪੜ੍ਹ ਕੇ ਮੁੜ ਕੇ 40ਵੀਂ ਪੌੜੀ ਪੜ੍ਹ ਦਿੰਦੇ ਆ, ਵਿੱਚੋਂ ਸਾਰੀਆਂ ਸਕਿਪ ਕਰ ਜਾਂਦੇ ਆ। ਇਹ ਕੁਫਰ ਹੋ ਰਿਹਾ ਹੈ। 5 ਪੌੜੀਆਂ ਪੜ੍ਹ ਕੇ ਵਿਚਲੀਆਂ ਛੱਡ ਕੇ ਔਰ 40ਵੀਂ ਪੌੜੀ ਪੜ੍ਹਨੀ, ਉਹ ਗਣਾਉਂਦੇ ਉੱਥੇ ਖੜੇ ਹੋ ਕੇ ਅਰਦਾਸ 'ਚ। ਉਹਦਾ ਤਾਂ ਜਾਣੀ ਜਾਣ ਹੈ, ਤੁਹਾਡਾ ਭਰੋਸਾ ਹੀ ਨਹੀਂ ਇਹਦਾ ਮਤਲਬ। ਤੁਸੀਂ ਸਤਿਕਾਰ ਹੀ ਨਹੀਂ ਕਰ ਰਹੇ ਉਸ ਅਕਾਲ ਪੁਰਖ ਦਾ, ਉਹਨੂੰ ਗਿਣਾ ਰਹੇ ਹੋ, ਤੇ ਤੁਹਾਡੇ ਰਗ ਰਗ ਤੋਂ ਵਾਕਿਫ ਹੈ, ਤੁਹਾਡੇ ਸਕਿੰਟ ਸਕਿੰਟ ਦਾ ਉਹਦੇ ਕੋਲ ਹਿਸਾਬ ਹੈ। ਐਸੀ ਸ਼ਕਤੀ ਆ, ਉਹ ਤੁਹਾਡੇ ਅੰਦਰ ਹੀ ਬੈਠਾ। ਚਲੋ ਕੀ ਹੋਇਆ? ਕਹਿੰਦੇ ਜੇ ਤੂੰ ਝੂਠਾ ਰਹਿ ਗਿਆ, ਜੇ ਤੂੰ ਜਨਮ ਮਰਨ ਦੇ ਗੇੜ 'ਚ ਫਸਿਆ ਰਹਿ ਗਿਆ, ਜੇ ਤੇਰਾ ਮਨ ਨਹੀਂ ਖੜਿਆ, ਕਹਿੰਦੇ ਆਵਾ ਗੌਣ ਮਿਟੈ ਗੁਰ ਸ਼ਬਦੀ ਲੈ। ਕਹਿੰਦੇ ਆ ਜਨਮ ਮਰਨ ਤੋਂ ਮੁਕਤ ਤੇ ਤੂੰ ਗੁਰੂ ਦੇ ਸ਼ਬਦ ਨਾਲ ਹੋ ਸਕਦਾ। ਆਪੇ ਪਰਖੈ, ਉਹਨੇ ਫਿਰ ਆਪ ਹੀ ਪਰਖ ਲੈਣਾ ਬਈ ਇਹ ਮੇਰਾ ਸਿੱਖ ਹੈ, ਇਹ ਨਾਮ ਅਭਿਆਸੀ ਹੈ, ਬਖਸ਼ ਲਿਆ, ਉਹਨੇ ਬਖਸ਼ ਵੀ ਦੇਣਾ। ਏਕਾ ਬੇਦਨ ਦੂਜੇ ਵਿਆਪੀ,
नाम रसायन विसरिया। वाहिगुरु वाहिगुरु। पर जिन्हां नूं उस अकाल पुरख दा नाम विसर जांदा, ਜਿਹੜੇ एक तो गुरमुख सिस्टम है खखे नूं सिहारी, एक जिहड़ा मनमुख है मन दे पिछे जिहड़ा चलदा है, माया दे विच जिहड़ा व्यापिया है और दूजे भाव दे विच फसण दे कारण ਉਹਨੂੰ ਉਹਨੂੰ ਫਿਰ ਉਹ ਜਿਹੜਾ ਦੁੱਖ ਹੈ ਉਹ ਵਿਆਪਦਾ ਹੈ, ਉਹ ਦੁੱਖ ਉਹਨੂੰ ਫਿਰ ਸਤਾਉਂਦਾ ਹੈ। क्योंकि नाम रसायन विसरिया, नाम एक ऐसा रसायन है, रसायन असल च क्या है, दवाई। कैमिस्ट्री जिहड़ा सबजैक्ट है उन्होंने पंजाबी च रसायन विज्ञान ही कहते हैं शायद, जे मैं भुलेखा ना खांदा हो। सो ये जिहड़ी नाम रूपी दवाई है, जिन्हें शरीर तो तुहाडा ठीक करना ही, बीमारियां ठीक करना ही है, जे भरोसा है, जे अकाल पुरख ते भरोसा है, जे अकाल पुरख नाल कंप्लीट कमिटमेंट है, नाम दा अभ्यास है, शरीर च कोई रोग नहीं रहिंदा। हौली हौली नाम जप के एक ऐसी एक्सरसाइज है, इहदे नाल जन्म मरण दा गेट ते मुकदा ही है। साडे पाप कसमल जिहड़े है ਉਹ भन्ने जाते हैं, लेकिन दुनियावी तौर पर भी नाम अभ्यासी जिहड़ा होऊगा वो सेहत करके फिट होऊगा या हो जाओ। तां करके इस नूं रसायन लिखी है और महले पंजवें का शब्द है, कहंदे राम रसायन नित उठ पीवो। ये जिहड़ी दवाई है, ये कहंदे नित उठ के तू लैनी है, नित उठ के इहदा सेवन करना है। राम रसायन नित उठ पीवो। किस तरह? हर 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 रसना कहो। ये रहाऊ की तुक है शब्द की, ਉਹਦੇ ਚ ਲਿਖਿਆ ਕਹਿੰਦੇ ਇਸੇ ਰਹਾਉ ਦੀ ਤੁਕ ਚਾਹੁੰਦਾ, ਕਹਿੰਦੇ ਜੀਵਤ 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 ਰਹੋ। ਆਤਮਿਕ ਤੌਰ ਤੇ ਗੁਣਾਂ ਦੇ ਤੌਰ ਤੇ ਉਸ ਅਕਾਲ ਪੁਰਖ ਦੇ ਵਿੱਚ ਸਮਾਉਣ ਤੋਂ ਬਾਅਦ ਸਦਾ ਸਦਾ ਲਈ ਬੰਦਾ ਅਮਰ ਹੋ ਜਾਂਦਾ ਹੈ। ਜੀਵਤ 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 ਰਹੋ। ਇਹ ਹੈ ਗੁਰਬਾਣੀ ਦਾ ਗਿਆਨ, ਇਹ ਹੈ ਗੁਰਬਾਣੀ ਦੀ ਸ਼ਕਤੀ, ਇਹ ਹੈ शब्द की शक्ति। इत्थों तक ले जाना है गुरमुख नूं, जे 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 बन गई तां। कहंदे सो बुझै जिस आप बुझाए, गुर कै शब्द सो मुक्त पया। चार पदार्थां चों आखिरी जिहड़ी स्टेज है मुक्ति दी, सो बुझै जिस आप बुझाए। पर ये जिहड़ा सिस्टम है ये उसे नूं समझ आएगा जिसनूं अकाल पुरख बख्शिश करदा है। हुण अकाल पुरख की बख्शिश है की है? उन्हें कोई टीका थोड़ा लाउणा भर के नहीं, इस चीज नूं समझना पऊ सानू। ए तुहानू अकाल पुरख संगत बख्श देगा नाम जपण वालियां दी। बहुत नहीं, थोड़ा थोड़ा नाम बख्श देगा कि चलो जपना शुरू कर दांगे। वाहिगुरु वाहिगुरु। जिद्दां साडे ते अकाल पुरख ने तरस कीता, आपां सारे इकट्ठे होके शब्द दा अभ्यास करदे आ। ਇਹ ਉਹਦੀ ਬਖਸ਼ਿਸ਼ ਹੀ ਹੈ। सच जानो बख्शिश ही है ਉਹਦੀ, कि ਅਸੀਂ शुरुआत करनी है शब्द की। ये समझ लो कि ਉਹਦੀ बख्शिश ही है। ਅਸੀਂ नाम जपना शुरू कर दिए,
ਇਹ ਉਹਦੀ ਬਖਸ਼ਿਸ਼ ਹੀ ਹੈ। ਪਰ ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦੇ ਸੋ ਮੁਕਤ ਪਿਆ। ਉਹ ਫਿਰ ਦੁਨਿਆਵੀ ਅਟੈਚਮੈਂਟਸ ਤੋਂ ਮੁਕਤ ਹੋ ਜਾਂਦਾ, ਨਾਲ ਨਾਲ ਗਿਆਨ ਦੀ ਸੋਝੀ ਉਹਨੂੰ ਆਉਂਦੀ ਹੈ, ਨਾਲ ਨਾਲ ਉਹਦੇ ਤੇ ਅਕਾਲ ਪੁਰਖ ਦੀ ਬਖਸ਼ਿਸ਼ ਰਹਿੰਦੀ ਹੈ। ਔਰ ਜਿਉਂਦੇ ਜੀ ਮੁਕਤੀ ਦੀ, ਜਿਹੜਾ ਮੁਕਤ ਦੇਖੋ ਤੱਤੇ ਨੂੰ ਔਂਕੜ ਹੈ, ਇਹ ਐਵੇਂ ਨਹੀਂ ਕਹਿੰਦੇ ਮੁਕਤੀ ਹੋ ਗਈ, ਮੁਕਤੀ ਹੋ ਗਈ। ਉਹ ਜਿੱਦਾਂ ਉੱਥੇ ਕਾਂਸ਼ੀ ਚ ਬ੍ਰਾਹਮਣਾਂ ਨੇ ਇੱਕ ਆਰਾ ਰੱਖਿਆ ਹੁੰਦਾ ਸੀ ਪੁਰਾਣੇ ਜ਼ਮਾਨੇ ਚ, ਅੱਜ ਵੀ ਉਹ ਹੈ, ਉਹਨਾਂ ਨੇ ਰੱਖਿਆ ਹੋਇਆ। ਵੈਸੇ ਉਹ ਕਰਵੱਤ ਕਹਿੰਦੇ ਸੀ ਉਹਨੂੰ, ਕਰਵੱਤ, ਸਿਰ ਕਰਵੱਤ ਧਰਾਏ, ਕਾਫੀ ਸ਼ਬਦਾਂ ਦੇ ਵਿੱਚ ਯੂਜ਼ ਵੀ ਕੀਤਾ ਗਿਆ। ਉਹ ਜਿਉਂਦੇ ਬੰਦੇ ਉਸ ਖੂਹ ਜਿਹਦੇ ਵਿੱਚ ਉਹ ਆਰਾ ਲੱਗਾ ਉਹਦੇ ਉੱਤੇ ਛਾਲ ਮਾਰ ਦਿੰਦੇ ਸੀ ਮੁਕਤ ਹੋਣ ਖਾਤਰ। ਔਰ ਬ੍ਰਾਹਮਣ ਆਪ ਨਹੀਂ ਸੀ ਮਾਰਦਾ ਜਿਹੜਾ 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 ਉਹਨਾਂ ਦਾ ਕਹਿਣ ਵਾਲਾ ਸੀ ਨਾ ਵੀ ਇਹ ਆਰੇ ਤੇ ਛਾਲ ਮਾਰਿਆ ਜਾਂ ਆਰੇ ਦੇ ਨਾਲ ਚੀਰ ਕੇ ਤੁਸੀਂ ਆਪਣਾ ਜੀਵਨ ਮੁਕਤ ਕਰ ਸਕਦੇ ਆ, ਉਹ ਆਪ ਨਹੀਂ ਸੀ ਛਾਲ ਮਾਰਦਾ ਉਹਦੇ ਤੇ, ਉਹ ਦੂਜਿਆਂ ਤੋਂ ਮਰਵਾਉਂਦਾ ਸੀ। ਇਹ ਵੀ ਬੜੀ ਬੜੀ ਭੈੜੀ ਪ੍ਰਵਿਰਤੀ ਹੈ। ਬਾਬੇ ਨਾਨਕ ਨੇ ਇਸ ਨੂੰ ਧੁਰੋਂ ਨਕਾਰਿਆ, ਇਸ ਪ੍ਰਵਿਰਤੀ। ਸੋ ਬੁਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਪਿਆ। ਔਰ ਵੱਡੀ ਗੱਲ, ਜਿਹੜਾ ਗੁਰੂ ਦਾ ਸ਼ਬਦ ਹੈ, ਉਹ ਇਹ ਨਹੀਂ ਵੀ ਸਾਰਿਆਂ ਨੇ ਵਾਹਿਗੁਰੂ ਵਾਹਿਗੁਰੂ ਜਪਣਾ। ਦੇਖੋ ਹਰ ਹਰ ਵੀ ਲਿਖਿਆ, ਗੋਬਿੰਦ ਗੋਬਿੰਦ ਵੀ ਲਿਖਿਆ, ਔਰ ਇਹ ਹਿੰਦੂ ਵੀਰ ਓਮ ਦਾ ਜਾਪ ਕਰਦੇ ਆ, ਮੁਸਲਿਮ ਵੀਰ ਜਿਹੜੇ ਨੇ ਉਹ ਅੱਲਾਹੂ ਦਾ ਜਾਪ ਕਰਦੇ ਆ, ਉਹਨੂੰ ਉਹ ਜ਼ਿਕਰ ਕਰਨਾ ਕਹਿੰਦੇ। ਇਹ ਸਾਰੇ ਅਕਾਲ ਪੁਰਖ ਦੇ ਨਾਮ ਨੇ, ਸਾਰੇ ਸਤਿਕਾਰ ਨੇ, ਸਤਿਕਾਰਯੋਗ ਨੇ। ਪਰ ਬਾਬੇ ਨਾਨਕ ਔਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਗੁਰੂ ਘਰ ਦਾ ਜਿਹੜਾ ਸ਼ਬਦ ਸਾਨੂੰ ਮਿਲਿਆ, ਉਹ ਹੈ ਵਾਹਿਗੁਰੂ। ਇਸੇ ਕਰਕੇ ਜਦੋਂ ਸਾਨੂੰ ਦੀਖਿਆ ਮਿਲਦੀ ਹੈ, ਦੀਖਿਆ ਜਦੋਂ ਅਸੀਂ ਜਿਹੜਾ ਸੋ ਕਾਲ ਜਦੋਂ ਅਸੀਂ ਅਖੰਡੇ ਬਾਟੇ ਦੀ ਪੌਲ ਛਕਦੇ ਹਾਂ, ਜਿਹਨੂੰ ਅੱਜ ਕੱਲ੍ਹ ਕਿਹਾ ਜਾਂਦਾ ਕਿ ਅੰਮ੍ਰਿਤ ਛਕ ਲਿਆ, ਅੰਮ੍ਰਿਤ ਦੇ ਅੰਦਰ ਵਰਨਾ ਹੈ, ਤੁਹਾਡੇ ਅੰਦਰੋਂ ਮਿਲਣਾ ਹੈ ਤੁਹਾਨੂੰ। ਇਹ ਖੰਡੇ ਬਾਟੇ ਦੀ ਪੌਲ ਹੈ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ। ਉਹ ਅੰਦਰ ਵਰਤੇਗਾ। ਤੁਸੀਂ ਇੱਕ ਕਮਿਟਮੈਂਟ ਕਰਨੀ ਹੈ। ਤੇ ਗੁਰੂ ਦਾ ਸ਼ਬਦ ਇੰਨਾ ਪਾਵਰਫੁਲ ਹੈ, ਇੰਨਾ ਕਿ ਸਾਨੂੰ, ਜਿਵੇਂ ਮੈਂ ਬੇਨਤੀ ਕੀਤੀ ਹੈ ਕਿ ਦੁਨਿਆਵੀ ਜਿਹੜੀਆਂ ਚੀਜ਼ਾਂ ਨੇ ਉਹਦੀ ਵੀ ਘਾਟ ਨਹੀਂ ਰਹਿਣੀ ਸਾਨੂੰ ਮਿਲਣ ਦੀ, ਚੰਗੀ ਸਿਹਤ ਹੋਏਗੀ, ਔਰ ਇਹ ਮੁਕਤ ਪਦਾਰਥ ਤੱਕ ਸਾਨੂੰ ਜਿਉਂਦੇ ਜੀ ਤੱਕ ਇਹ ਸ਼ਬਦ ਲਿਜਾਏਗਾ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਹੁਣ ਇੱਥੇ ਹਉਮੈ ਦਾ ਇਕੱਲਾ ਲਫ਼ਜ਼ ਹੈ, ਇਹਦੇ ਨਾਲ ਬਾਕੀ ਚਾਰ ਆਪੇ ਆਟੋਮੈਟਿਕ ਅਟੈਚ ਹੋ ਜਾਂਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਸੋ ਜਿਸ ਨੇ ਇਸ ਪੰਜਾਂ ਦਾ ਤਿਆਗ ਕਰ ਦਿੱਤਾ, ਸ਼ਬਦ ਦਾ ਅਭਿਆਸ ਨਿਰੰਤਰ ਹੈ, ਸ਼ਬਦ ਦੀ ਸੰਗਤ ਨਿਰੰਤਰ ਹੈ, ਉਹਨੂੰ ਕਰਤਾ ਪੁਰਖ ਆਪੇ ਤਾਰੇ। ਅਕਾਲ ਪੁਰਖ ਆਪੇ ਉਹਦੀ ਫਿਰ ਜ਼ਿੰਮੇਵਾਰੀ ਹੈ ਆਪਣੇ ਗੁਰਸਿੱਖ ਦੀ ਸੰਭਾਲ, ਉਸ ਅਕਾਲ ਪੁਰਖ ਦੀ ਜ਼ਿੰਮੇਵਾਰੀ। ਇੱਕ ਵਾਰ ਫਿਰ ਆਪਾਂ ਰਿਪੀਟ ਕਰ ਦਈਏ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਉਹ ਐਸਾ ਜਿਹੜਾ ਗੁਰਸਿੱਖ ਹੈ, ਜੋਗੀ ਹੈ, ਜਿਹੜਾ ਸਿੱਖ ਹੈ, ਉਹ ਪ੍ਰਭੂ ਤੋਂ ਪੈਦਾ ਹੁੰਦਾ ਹੈ ਔਰ ਪ੍ਰਭੂ ਚ ਸਮਾ ਜਾਂਦਾ ਹੈ, ਇੱਕ ਰੂਪ ਹੋ ਜਾਂਦਾ ਹੈ। ਝੂਠੇ ਆਵੈ ਠਵਰ ਨਾ ਪਾਵੈ, ਦੂਜੇ ਆਵਾ ਗਾਉਣ ਭਇਆ। ਪਰ ਜਿਹੜੇ ਮਾਇਆ ਦੇ ਵਿੱਚ ਵਿਆਪੇ ਨੇ, ਜਿਨ੍ਹਾਂ ਦਾ ਮਨ ਵਿਚਾਰਾਂ ਦੇ ਅਧੀਨ ਹੈ, ਉਹ ਦੂਜੇ ਭਾਵ ਦੇ ਕਾਰਨ ਜਨਮ ਮਰਨ ਦੇ ਗੇੜ ਚੋਂ
ਮੁਕਤ ਨਹੀਂ ਹੁੰਦੇ। ਆਵਾ ਗਾਉਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਕਹਿੰਦੇ ਤੂੰ ਇਹ ਆਵਾ ਗਾਉਣ ਚੋਂ ਨਿਕਲਣਾ ਤੇ ਗੁਰੂ ਸ਼ਬਦ ਦੇ ਨਾਲ ਲੱਗ ਜਾ। ਅਕਾਲ ਪੁਰਖ ਨੇ ਆਪੇ ਤੇਰੀ ਪਛਾਣ ਕਰ ਲੈਣੀ। ਤੈਨੂੰ ਦੱਸਣ ਦੀ ਲੋੜ ਨਹੀਂ ਪੈਣੀ ਕਿਸੇ ਨੂੰ ਵੀ ਮੈਂ ਬਹੁਤ ਅਭਿਆਸ ਕਰਦਾ, ਮੈਂ 15 ਬਾਣੀਆਂ ਦਾ ਨਿਤਨੇਮ ਕਰਦਾ ਜਾਂ ਮੈਂ 25 ਪਾਠ ਕਰਦਾ। ਇਹ ਦੱਸਣ ਦੀ ਲੋੜ ਨਹੀਂ ਕਿਸੇ ਨੂੰ, ਜਾਂ ਕੋਈ ਆਪਣਾ ਵੱਖਰਾ ਸਰੂਪ ਬਣਾਉਣ ਦੀ ਲੋੜ ਨਹੀਂ ਹੈ ਬਈ ਮੈਂ ਤੇ ਜੀ ਬੜਾ ਹੀ ਵੱਡਾ ਗੁਰਸਿੱਖ ਹਾਂ। ਮਹਾਰਾਜ ਕਹਿੰਦੇ ਆ, ਕਹਿੰਦੇ ਭੇਖ ਦਿਖਾਵਾ ਜਗਤ ਕੋ, ਲੋਗਨ ਕੋ ਬਸ ਕੀਨ, ਅੰਤ ਕਾਲ ਕਾਤੀ ਕੱਟਿਓ। ਕਹਿੰਦੇ ਆ ਹੋਰ ਤੇ ਭਾਵੇਂ ਬਚ ਜਾਣਗੇ ਪਰ ਏਦਾਂ ਦੇ ਬੰਦਿਆਂ ਨੂੰ ਤਲਵਾਰਾਂ ਨਾਲ ਵੱਢਿਆ ਜਾਣਾ ਉਹਨਾਂ ਨੇ। ਅੰਤ ਕਾਲ ਕਾਤੀ ਕੱਟਿਓ, ਔਰ ਕਿੱਥੇ ਧੱਕਣਾ ਉਹਨਾਂ ਨੂੰ? ਬਾਸ ਨਰਕ ਮੋਹ। ਜਿਹੜੇ ਭੇਖ ਦਿਖਾਲਦੇ। ਚਲੋ ਖੈਰ, ਆਵਾ ਗਾਉਣ ਮਿਟੈ ਗੁਰ ਸ਼ਬਦੀ, ਆਪੇ ਪਰਖੈ ਬਖਸ਼ ਲਿਆ। ਅੱਗੇ ਕਹਿੰਦੇ ਏਕਾ ਬੇਦਨ ਦੂਜੈ ਵਿਆਪੀ, ਨਾਮ ਰਸਾਇਣ ਵਿਸਰਿਆ। ਪਰ ਜਿਨ੍ਹਾਂ ਨੂੰ ਇਹ ਕਰਤੇ ਪੁਰਖ ਦਾ ਨਾਮ ਦਾ ਜਿਹੜਾ ਰਸਾਇਣ, ਨਾਮ ਦੀ ਦਵਾਈ ਜਿਹਨੇ ਸਾਨੂੰ ਦੁਨਿਆਵੀ ਦੁਨੀਆ 'ਚ ਰਹਿੰਦਿਆਂ ਹੋਇਆਂ ਤੇ ਹੈਲਪ ਕਰਨੀ, ਜਿਹਨੇ ਸਾਨੂੰ ਅੰਤ ਤੱਕ ਲੈ ਕੇ ਜਾਣਾ, 4 ਪਦਾਰਥਾਂ ਤੱਕ, ਮੁਕਤ ਪਦਾਰਥ ਤੱਕ ਲੈ ਕੇ ਜਾਣਾ, ਉਹ ਵਿਸਾਰ ਦਿੱਤਾ। ਸੋ ਬੁਝੇ ਜੇ ਸਾਬ ਬੁਝਾਏ, ਪਰ ਇਹ ਭੇਦ ਉਸੇ ਨੂੰ ਸਮਝ ਆਏਗਾ ਜਿਹਨੂੰ ਕਰਤਾ ਪੁਰਖ ਕਿਰਪਾ ਕਰੇਗਾ, ਜਿਹਨੂੰ ਬਖਸ਼ ਦੇਗਾ। ਗੁਰ ਕੈ ਸ਼ਬਦ ਸੋ ਮੁਕਤ ਪੈ, ਉਹ ਫਿਰ ਗੁਰੂ ਦੇ ਸ਼ਬਦ ਦੇ ਜ਼ਰੀਏ ਅਖੀਰਲਾ ਪਦਾਰਥ ਹਾਸਲ ਕਰੇਗਾ। ਹੁਣ ਗੁਰ ਕੈ ਸ਼ਬਦ ਸੋ ਮੁਕਤ ਪਿਆ, ਜਿੱਥੇ ਮੁਕਤ ਤੱਤੇ ਨੂੰ ਔਂਕੜ ਆ ਗਿਆ, ਉਸ ਤੋਂ ਪਹਿਲੇ ਜਿਹੜੇ 3 ਪਦਾਰਥ ਨੂੰ ਆਪੇ ਮਿਲੇ ਹੈ, ਜਨਮ, ਗਿਆਨ, ਨਾਮ, ਔਰ ਚੌਥਾ ਫਿਰ ਮੁਕਤ। ਕਹਿੰਦੇ ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿ। ਔਰ ਇਹ ਸ਼ਬਦ ਦੇ ਜ਼ਰੀਏ ਜਿਹਨੇ ਪੰਜਾਂ ਤੋਂ ਆਪਣਾ ਖਹਿੜਾ ਛਡਾ ਲਿਆ, ਉਹਨੂੰ ਫੇਰ ਕਰਤਾ ਪੁਰਖ ਆਪੇ ਉਹਦੀ ਸੰਭਾਲ ਕਰੇਗਾ, ਆਪੇ ਤਾਰੇਗਾ। ਇਹ ਹੋ ਗਿਆ ਸਾਡਾ 25 ਨੰਬਰ ਪਤਾ। ਅੱਗੇ ਜੀ 26 ਨੰਬਰ, ਮਨਮੁਖ ਭੁੱਲੈ ਜਮ ਕੀ ਕਾਣ। ਮਨਮੁਖ ਭੁੱਲੈ ਜਮ ਕੀ ਕਾਣ। ਹੁਣ ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ, ਜਾਂ ਜਿਹਦਾ ਮਨ ਵਿਚਾਰਾਂ ਦੇ ਅਧੀਨ ਹੈ, ਜਿਹੜਾ ਵਿਚਾਰਾਂ ਦੇ ਅਧੀਨ ਹੋ ਕੇ ਚੱਲਣ ਵਾਲਾ ਬੰਦਾ, ਉਹ ਜਿਹੜਾ ਜੀਵਨ ਦਾ ਸਹੀ ਰਾਹ ਹੈ ਉੱਥੋਂ ਖੁੰਝ ਜਾਂਦਾ। ਉੱਥੋਂ ਖੁੰਝ ਜਾਂਦਾ। ਉਹਨੂੰ ਮੌਤ ਦਾ ਜਿਹੜਾ ਡਰ ਉਹਨੂੰ ਸਤਾਉਂਦਾ ਹਮੇਸ਼ਾ। ਇੱਕ ਡਰ ਦੇ ਅਧੀਨ ਉਹ ਜੀ ਰਿਹਾ, ਕਿਉਂਕਿ ਉਹਦੇ ਵਿਚਾਰ ਚੱਲ ਰਹੇ ਆ, ਗੁਰੂ ਦਾ ਸ਼ਬਦ ਕਿਤੇ ਨੇੜੇ ਤੇੜੇ ਨਹੀਂ ਹੈ। ਜਮ ਕੀ ਕਾਣ, ਉਹ ਫਿਰ ਡਰ ਦੇ ਅਧੀਨ, ਉਹਨੂੰ ਮੌਤ ਦਾ ਡਰ, ਜਿਹੜਾ ਬਈ ਆਹ ਨਾ ਹੋ ਜੇ, ਉਹ ਨਾ ਹੋ ਜੇ, ਆਹ ਮੈਂ ਕਰਾਂ। ਕਹਿੰਦੇ ਪਰ ਘਰ ਜੋ ਹੈ ਹਾਣੇ ਹਾਣ, ਉਹ ਫਿਰ ਆਸਰਾ ਲੱਭਦਾ, ਇੱਕ ਨੂੰ ਛੱਡ ਕੇ ਦੂਜੇ ਦਾ ਆਸਰਾ ਲੱਭਦਾ। ਔਰ ਇਸ ਦੂਸਰੇ ਦੇ ਆਸਰੇ ਉਹਨੂੰ ਘਾਟਾ ਹੀ ਘਾਟਾ, ਹਾਨੀ ਹੀ ਹਾਨੀ, ਹਾਣੇ ਹਾਣ, ਘਾਟਾ ਹੀ ਘਾਟਾ, ਹਾਨੀ ਹੀ ਹਾਨੀ। ਮਨਮੁਖ ਭੁੱਲੈ, ਲੱਲੇ ਨੂੰ 2 ਲਾਵਾਂ, ਬਾਹਰ ਨਹੀਂ ਅੰਦਰ ਹੈ। ਮਨ ਜਿਹੜਾ ਹੈ ਵਿਚਾਰਾਂ ਦੇ ਅਧੀਨ ਹੈ, ਵਿਚਾਰਾਂ ਦੇ ਅਧੀਨ ਹੋ ਕੇ ਉਹ ਕੁਕਰਮ ਕਰਦਾ ਹੈ। ਔਰ ਕਿਉਂਕਿ ਉਹਨੂੰ ਮੌਤ ਦਾ ਡਰ ਹੈ ਕਿ ਮੈਂ ਕਿਤੇ ਮਰ ਨਾ ਜਾਵਾਂ, ਉਹ ਫਿਰ ਪਰ ਘਰ ਜੋ ਹੈ ਹਾਣੇ ਹਾਣ, ਉਹ ਫਿਰ ਦੂਸਰਾ ਜਿਹੜਾ ਕੋਈ ਸੌਖਾ ਰਸਤਾ ਲੱਭਦਾ।
ਨਾਮ ਦਾ ਤੇ ਪਤਾ ਹੀ ਨਹੀਂ, ਨਾ ਉਹ ਕਰਨਾ ਕੀ ਹੈ, ਇਹਨੇ ਕਿੱਥੋਂ ਇਹ ਆਇਆ, ਕਿੱਦਾਂ ਇਹਨੂੰ ਮੈਂ ਜਪਣਾ, ਮੈਨੂੰ ਜਪ ਕੇ ਹੋਣਾ ਕੀ ਹੈ, ਗਿਆਨ ਹੀ ਨਹੀਂ ਹੈ ਉਹਨੂੰ। ਉਹ ਫਿਰ ਸੌਖਾ ਰਾਸਤਾ ਲੱਭਦਾ ਹੈ, ਜਿਸ ਤਰ੍ਹਾਂ ਪੰਡਤਾਂ ਕੋਲ ਜਾਣਾ, ਹੱਥ ਦਿਖਾ ਲੈਣੇ, ਉਹ ਕਹਿੰਦੇ ਜੀ ਆਹ ਤੂੰ ਇੰਨੇ ਚੌਲ ਇੱਥੇ ਸੁੱਟ ਕੇ ਆ, ਕਾਲੀਆਂ ਮਿਰਚਾਂ ਵਿੱਚ ਰੱਖ, ਵਿੱਚ ਹਲਦੀ ਪਾ, ਹੋਰ ਲਟਰਮ ਪਟਰਮ, ਨਾਰੀਅਲ ਨੂਨ ਦੇ ਲੋ ਬਣਾ ਬਣਾ ਕੇ ਕੋਲੇ, ਕਹਿੰਦੇ ਚੱਲ ਦਾਨ ਕਰਕੇ ਆ ਹੈ ਦੂਜੀ ਚੀਜ਼। ਭਰੋਸਾ ਹੀ ਨਹੀਂ। ਵੀਰਵਾਰ ਨੂੰ ਸਿਰ ਨਹੀਂ ਨਹਾਉਣਾ, 3600 ਸਾਰੇ ਆਪਾਂ ਨੂੰ ਪਤਾ ਹੀ, ਆਪਾਂ ਕੀ ਕਰਦੇ। ਪਰ ਘਰ ਜੋ ਹੈ ਹਾਣੇ ਹਾਂ, ਪਰਾਇਆ ਘਰ ਤੱਕਣ ਤੋਂ ਭਾਵ ਹੈ ਕਿ ਇੱਕ ਸ਼ਬਦ ਤੋਂ ਬਿਨਾ ਸਾਰੇ ਕੰਮ ਹੋ ਰਹੇ ਹੈ, ਸਾਰਾ ਕੁਝ ਹੋ ਰਿਹਾ ਹੈ, ਹਾਣੇ ਹਾਂ, ਹਾਨੀ ਹੀ ਹਾਨੀ ਹੈ, ਉਹਦੇ ਕੋਈ ਫਾਇਦਾ ਨਹੀਂ ਹੈ ਉਹਦੇ। ਮਨਮੁਖ ਭਰਮੇ ਭਵੈ ਬੇਬਾਨ, ਭਲੇਖੇ ਚ ਪਿਆ। ਇਸ ਤਰ੍ਹਾਂ ਜਿਵੇਂ ਉਹ ਜੰਗਲ ਚ ਕਿਤੇ ਹਨੇਰੇ ਚ ਭਟਕਦਾ ਫਿਰ ਰਿਹਾ, ਬੇਮਾਰਗ ਮੂਸੈ ਮੰਤਰੇ ਮਸਾਨ, ਕੁਰਾਏ ਪੈ ਕੇ ਇਸ ਤਰ੍ਹਾਂ ਉਹ ਠੱਗਿਆ ਜਾ ਰਿਹਾ ਹੈ, ਜਿਵੇਂ ਜਿਵੇਂ ਮਸਾਣਾ ਚ ਬਹਿ ਕੇ ਮੰਤਰ ਪੜਨ ਵਾਲਾ ਬੰਦਾ ਭੁੱਲਿਆ ਹੋਇਆ, ਕਿਉਂਕਿ ਉਹ ਦੱਸਦੇ ਹੈ, ਉਹ ਦੂਜਾ ਰਾਹ ਦੱਸਦੇ ਹੈ ਕਿ ਮਸਾਣਾ ਚ ਬਹਿ ਕੇ ਆ ਇੰਨੇ ਪਾਠ ਕਰੋ। ਇਹ ਹਿੰਦੂਇਜ਼ਮ ਚ ਜ਼ਿਆਦਾ ਇਹ ਪ੍ਰੋਬਲਮ, ਸਾਡੇ ਅਜੇ ਇੱਥੋਂ ਤੱਕ ਤੇ ਨਹੀਂ ਆਇਆ ਕੰਮ, ਪਰ ਇਹ ਹੁੰਦਾ ਅੱਧੀ 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 ਰਾਤ ਨੂੰ ਬੈਠ ਕੇ ਜਾ ਕੇ ਉਸ ਪਾਠ ਕਰਦੇ ਸ਼ਲੋਕਾਂ। ਇਹ ਉਹ ਚੀਜ਼ਾਂ ਦੱਸੀਆਂ ਨੇ ਬਾਬੇ ਨਾਨਕ। ਸ਼ਬਦ ਨਾ ਚੀਨੈ, ਸ਼ਬਦ ਦੇ ਦੱਦੇ ਨੂੰ ਔਂਕੜ, ਇੱਕ ਸ਼ਬਦ, ਬਸ ਇੱਕ ਸ਼ਬਦ, ਵਾਹਿਗੁਰੂ ਵਾਹਿਗੁਰੂ ਲਵੈ ਕੁਬਾਨ। ਗੁਰੂ ਦਾ ਸ਼ਬਦ ਨਹੀਂ ਜਪਦਾ ਤੇ ਹੋਰ ਜਿਹੜੀ ਕੁਬਾਨ, ਜਿਹੜਾ ਹੋਰ ਦੂਸਰਾ ਕੋਈ ਦੱਸਦਾ, ਉਹਨੂੰ ਉਹ ਸੰਭਾਲ ਕੇ ਰੱਖ। ਉਹਨੂੰ ਕੁਬਾਨ ਕਿਹਾ ਉਹਨਾਂ ਨੇ, ਇੱਕ ਬਾਣੀ ਇੱਕ ਕੁਬਾਣੀ। ਨਾਨਕ ਸਾਚ ਰਤੇ ਸੁਖ ਜਾਂ, ਜਿਹੜਾ ਨਾਮ ਅਭਿਆਸੀ ਉਸ ਕਰਤੇ ਪੁਰਖ ਦੇ ਨਾਮ ਦੇ ਵਿੱਚ ਰੰਗਿਆ ਗਿਆ, ਔਰ ਰੰਗਣ ਤੋਂ ਬਾਅਦ ਉਹ ਰਤਿਆ ਗਿਆ, ਉਹ ਜਿਹੜਾ ਸੁੱਖ ਹੈ, ਖੱਖੇ ਨੂੰ ਔਂਕੜ, ਇੱਥੇ ਸੁੱਖ ਜਿਹੜਾ ਹੈ ਬਹੁਤ ਵਾਸਟ ਜਾਂਦਾ, ਕਿਉਂਕਿ ਇਹ ਹਾਈਲਾਈਟਡ ਹੈ, ਖੱਖੇ ਨੂੰ ਔਂਕੜ ਹੈ। ਇਹਦੇ ਚ ਗਿਆਨ, ਇਸ ਸੁੱਖ ਦੇ ਵਿੱਚ ਨਾਮ, ਔਰ ਇਸ ਸੁੱਖ ਦੇ ਵਿੱਚ ਮੁਕਤ ਪਦਾਰਥ ਸ਼ਾਮਲ ਹੈ। ਔਰ ਦੁਨਿਆਵੀ ਤੌਰ ਤੇ ਜਿੰਨੇ ਸੁੱਖ ਅਸੀਂ ਲੱਭਦੇ ਫਿਰਦੇ ਹਾਂ, ਉਹ ਸ਼ਾਮਲ ਹੈ। ਪਰ ਅਸੀਂ ਵਾਂਝੇ ਰਹਿੰਦੇ ਹਾਂ, ਕਿਉਂਕਿ ਸਾਡਾ ਭਰੋਸਾ ਨਹੀਂ ਅਕਾਲ ਪੁਰਖ ਤੇ, ਨਾ ਗਿਆਨ ਤੇ ਭਰੋਸਾ। ਕਿ ਗਿਆਨ ਨੂੰ ਅਸੀਂ ਮੱਥੇ ਜ਼ਰੂਰ ਟੇਕ ਰਹੇ ਹਾਂ, ਪਰ ਇਹਦੇ ਤੇ ਭਰੋਸਾ ਕਿੱਥੇ ਸਾਡਾ। ਜੇ ਭਰੋਸਾ ਹੁੰਦਾ ਤੇ ਆਹ ਚੀਜ਼ਾਂ ਜਿਹੜੀਆਂ ਅੱਜ ਤੱਕ ਵਾਪਰ ਰਹੀਆਂ ਨੇ, ਮਨਮੁਖ ਭੁੱਲੈ ਜਮ ਕੀ ਕਾਣ, ਪਰ ਘਰ ਜੋ ਹੈ ਹਾਣੇ ਹਾਣ, ਮਨਮੁਖ ਭਰਮ ਭਵੈ ਬੇਬਾਨ, ਬੇਮਾਰ ਕੇ ਮੂਸੈ ਮੰਤਰ ਮਸਾਨ। ਕੁਰਾਹੇ ਜਿਹੜਾ ਪਿਆ, ਉਹ ਠੱਗਿਆ ਜਾ ਰਿਹਾ। ਇੰਨਾ ਵਧੀਆ ਜਨਮ ਉਹਨੂੰ ਮਿਲਿਆ, ਮਨੁੱਖਾ ਜਨਮ ਉਹਨੂੰ ਮਿਲਿਆ, ਔਰ ਉਹ ਵੇਸਟ ਕਰੀ ਜਾ ਰਿਹਾ। ਸ਼ਬਦ ਨਾ ਲਵੈ ਕੁਬਾਨ, ਸ਼ਬਦ ਨਹੀਂ ਜਪਦਾ,
ਹੋਰ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਉਹ ਸੰਭਾਲ ਕੇ ਰੱਖ ਰਿਹਾ, ਜਿਹੜੀਆਂ ਮੈਨ ਮੇਡ ਨੇ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪ੍ਰਵਾਨਿਤ ਹੀ ਨਹੀਂ। ਪਰ ਕਹਿੰਦੇ ਤੂੰ ਕੀ ਗੱਲ, ਆਲਵੇਜ਼ ਪੋਜ਼ਿਟਿਵ ਆਪਟੀਮਿਸਟਿਕ ਵਿਊ, ਕਹਿੰਦੇ ਸਾਚ ਰਤੇ ਸੁਖ ਜਾਣ, ਇਹਨੂੰ ਨਾਮ ਦੇ ਨਾਲ ਲੱਗ ਰਤਿਆ ਜਾ, ਸਾਰਾ ਕੁਝ ਲੱਗ ਜੂ ਪਤਾ, ਸਾਰਾ ਕੁਝ ਮਿਲ ਜੂ। ਅੱਗੇ ਜੀ ਪਦਾ ਨੰਬਰ 27। ਹੁਣ ਉਹ ਚੀਜ਼ ਆਉਣ ਲੱਗੀ ਹੈ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ ਹਮੇਸ਼ਾ, ਗੁਰਮੁਖ ਸਿਸਟਮ ਜਿਹੜਾ ਕਹਿੰਦੇ, ਕਹਿੰਦੇ ਗੁਰਮੁਖੇ ਸਾਚੇ ਕਾ ਭਾਉ ਪਾਵੈ, ਭਉ ਪਾਵੈ। ਜੋ ਅਕਾਲ ਪੁਰਖ ਨੂੰ ਭਾਉਂਦਾ ਹੈ, ਇੱਕ ਸਿੱਖ ਉਸ ਸਿਸਟਮ ਦੇ ਅੰਦਰ ਦਾਖਲ ਹੁੰਦਾ। ਗੁਰਮੁਖੇ ਉਸ ਸਿਸਟਮ ਦੇ, ਗੁਰੂ ਦੇ ਦੁਆਰਾ, ਗੁਰੂ ਦੇ ਜ਼ਰੀਏ ਉਸ ਸਿਸਟਮ ਦੇ ਵਿੱਚ ਦਾਖਲ ਹੁੰਦਾ। ਔਰ ਉਸ ਸਿੱਖ ਦਾ ਜਿਹੜਾ ਭਰੋਸਾ ਇੱਕ ਤੇ ਪਿਆਰ ਇੱਕ ਨਾਲ, ਦੀਖਿਆ ਇੱਕ ਤੋਂ, ਔਰ ਉਹ ਸਿੱਖ ਜਪਦਾ ਵੀ ਇੱਕ ਨੂੰ ਹੈ। ਸਿੱਖ ਤੋਂ ਭਾਵ ਉਹ ਹੈ ਜੋ ਅਕਾਲ ਪੁਰਖ ਨਾਲ ਜੁੜਦਾ। ਹੋਰ ਸਿੱਖ ਕੋਈ ਵੱਖਰਾ ਤਬਕਾ ਨਹੀਂ ਹੈ। ਅਸੀਂ ਮਨੁੱਖ ਹਾਂ, ਇਨਸਾਨ ਦਾ ਸਾਨੂੰ ਜਾਮਾ ਮਿਲਿਆ, ਬੰਦੇ ਦਾ ਸਾਨੂੰ ਬੰਦੇ ਦੀ ਜੂਨ ਮਿਲੀ ਹੈ। ਸਿੱਖ ਉਹੀ ਹੈ ਜਿਹੜਾ ਅਕਾਲ ਪੁਰਖ ਨਾਲ ਜੁੜਦਾ ਹੈ, ਜਿਹੜਾ ਅਕਾਲ ਪੁਰਖ ਦਾ ਬਣਦਾ ਹੈ। ਗੁਰਮੁਖੇ ਬਾਣੀ ਅਘੜ ਕਢਾਵੈ, ਉਸੇ ਸਿਸਟਮ ਦੇ ਅਧੀਨ ਉਹ ਜਿਹੜਾ ਸਿੱਖ ਹੈ, ਗਿਆਨ ਦੇ ਰਾਹੀਂ ਮਨ ਨੂੰ ਸੁਚੱਜਾ ਕਰਦਾ ਹੈ, ਮਨ ਨੂੰ ਘੜਦਾ ਹੈ ਕਿ ਜਿਸ ਤਰ੍ਹਾਂ ਦਾ ਜੀਵ ਅਕਾਲ ਪੁਰਖ ਨੂੰ ਪਾਉਂਦਾ ਹੈ, ਉਹ ਗਿਆਨ ਦੀ ਮਦਦ ਲੈ ਕੇ, ਸ਼ਬਦ ਦੀ ਮਦਦ ਲੈ ਕੇ, ਅਭਿਆਸ ਦੇ ਨਾਲ ਉਸ ਤਰ੍ਹਾਂ ਦਾ ਉਹਨੂੰ ਘੜਦਾ ਹੈ, ਉਸ ਤਰ੍ਹਾਂ ਦਾ ਬਣਾਉਂਦਾ ਹੈ। ਗੁਰਮੁਖੇ ਨਿਰਮਲ ਹਰ ਗੁਣ ਗਾਵੇ, ਉਸੇ ਸਿਸਟਮ ਦੇ ਅਧੀਨ ਉਹ ਨਾਮ ਅਭਿਆਸ ਕਰਦਾ ਹੈ। ਨਿਰਮਲ ਹਰ ਗੁਣ ਗਾਵੇ, ਗੁਣ ਗਾਉਣ ਤੋਂ ਭਾਵ ਉਹਦੀ ਸਿਫਤ ਸਲਾਹ ਕਰਨੀ, ਨਾਮ ਜਪਣਾ। ਗੁਰਮੁਖੀ ਪਵਿੱਤਰ ਪਰਮ ਪਦ ਪਾਵੇ, ਉੱਚੀ ਆਤਮਿਕ ਅਵਸਥਾ ਲਿਖਿਆ, ਲੇਕਿਨ ਪਵਿੱਤਰ ਪਰਮ ਪਦ ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਹੈ, ਉਸ ਪਰਮਾਤਮਾ ਦੇ ਰੂਪ ਦੇ ਵਿੱਚ ਸਮਾ ਜਾਣਾ ਹੈ। ਫਿਰ ਕਹਿੰਦੇ ਗੁਰਮੁਖ ਰੋਮ ਰੋਮ ਹਰ ਧਿਆਵੈ। ਇਸ ਕਨਸੈਪਟ ਨੂੰ ਕਿਸੇ ਦਿਨ ਚੰਗੀ ਤਰ੍ਹਾਂ ਨਿਖੇੜਾਂਗੇ, ਜਿਹੜਾ ਰੋਮ ਰੋਮ ਅਸੀਂ ਸਾਬਤ ਸੂਰਤ, ਜਿਹੜਾ ਸਾਨੂੰ ਰਹਿਣ ਦਾ ਹੁਕਮ ਹੈ, ਸਾਬਤ ਸੂਰਤ, ਅਸੀਂ ਰੋਮਾਂ ਦੀ ਬੇਇੱਜ਼ਤੀ ਨਹੀਂ ਕਰਨੀ, ਸਰੀਰ ਦੇ ਕਿਸੇ ਵੀ ਹਿੱਸੇ ਤੋਂ ਰੋਮਾਂ ਦੀ ਬੇਇੱਜ਼ਤੀ ਨਹੀਂ ਕਰਨੀ, ਕਿਉਂਕਿ ਇਹ ਐਸੀ ਕਿਰਪਾ ਅਕਾਲ ਪੁਰਖ ਕਰਦੇ ਨੇ, ਨਾਮ ਅਭਿਆਸੀ ਤੇ ਐਸੀ ਕਿਰਪਾ ਹੁੰਦੀ ਹੈ, ਇਹ ਜਿੰਨੇ ਰੋਮ ਨੇ ਇਹ ਸਾਰੇ ਰਸਨਾ ਦਾ ਰੂਪ ਧਾਰ ਜਾਂਦੇ, ਨਾਮ ਅਭਿਆਸੀ ਦੀ ਮੈਂ ਗੱਲ ਕਰ। ਔਰ ਫਿਰ ਉਸ ਨਾਮ ਅਭਿਆਸੀ ਨੂੰ ਡੇ ਬਾਏ ਡੇ, ਜਦੋਂ ਤੱਕ ਉਹ ਐਸ ਸਟੇਟ ਆਫ ਮਾਈਂਡ ਤੇ ਪਹੁੰਚਦਾ, ਉਹਦੀ ਜਿਹੜੀ ਮੁਸ਼ੱਕਤ ਹੈ, ਉਹਦੀ ਜਿਹੜੀ ਮਿਹਨਤ ਹੈ, ਉਹਦਾ ਜਿਹੜਾ ਸਫ਼ਰ ਹੈ, ਉਹ ਸੁਖਾਲਾ ਹੋ ਜਾਂਦਾ। ਉਹਦੀ ਜਿਹੜੀ ਪਰਮਾਤਮਾ ਵੱਲ ਤੁਰਨ ਦੀ ਸਪੀਡ ਹੈ, ਉਹ ਬਹੁਤ ਵੱਧ ਜਾਂਦੀ ਹੈ, ਕਿਉਂਕਿ ਉਹ ਇੱਕ ਵਾਰ ਵਾਹਿਗੁਰੂ ਬੋਲਦਾ ਔਰ ਰੋਮ ਰੋਮ ਉਹਦਾ ਸਿਮਰਦਾ, ਰੋਮ ਰੋਮ ਉਹਦਾ ਨਾਮ ਤੇ ਆਉਂਦਾ। ਇਹ ਹੈ ਗੁਰਮੁਖ ਸਿਸਟਮ ਦੀ ਬਿਊਟੀ। ਨਾਮ ਜਪ ਕੇ ਇਹ ਅਵਸਥਾ ਆਉਂਦੀ ਹੈ। ਕਹਿੰਦੇ ਨਾਨਕ
गुरमुख साच समावै। बड़ी छेती फिर कहंदे उस अकाल पुरख दे विच वो समा जांदा। ये रैपीटिशन ज्ञान दी इसे करके है क्योंकि मन जिहड़ा है बड़ा टाइम लाउंदा भरोसा करन ते। हरेक नूं अपना अपना पता है। ये जिहड़ी अलूणी सिल चटनी सौखी नहीं पई। गल्लां जिहड़ियां ने स्वाद दिंदियां ने। पर नाम अभ्यास करना लगना एक जुट शब्द दे नाल औखा काम है। आखण औखा साचा नाम। पर जे किते ये प्यार भरोसा प्रतीत हो जाए शब्द की, वो फिर अभ्यासी इत्थे पहुंचता है। गुरमुखे साच समावै। वो करते पुरख दे विच जिउंदा जी लीन हो जाता। जिउंदा जी जिहड़ा ज्योति जोत समाउणा जदों ਅਸੀਂ भी पढ़ते रहे हैं। देखो ਆਪਾਂ ਉਹ ਲੇਖ ਲਿਖਦੇ ਹੁੰਦੇ ਸੀ। ਗੁਰੂ ਅਰਜਨ ਦੇਵ ਜੀ ਦਾ ਲੇਖ ਲਿਖੋ ਜੀ। ਉਹ ਸਿਖਾਉਂਦੇ ਸੀ ਵੀ ਆਨੀ ਫਲਾਣੀ ਡੇਟ ਨੂੰ ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ। ਇੰਨੀ ਫਲਾਣੀ ਡੇਟ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾ ਗਏ। ਉਹਦਾ ਭਾਵ ਹੁੰਦਾ ਸੀ ਵੀ ਉਹ ਸਰੀਰ ਰੂਪੀ ਜਾਮਾ ਛੱਡ ਗਏ। पर जिहड़ी ज्योति जोत समाउणा है वो है जिउंदे जी अवस्था है। नानक गुरमुखे साच समावै। उस जोत दे विच अपनी जिहड़ी जोत है मिला देनी। ये जिउंदे जी अवस्था आउंदी है। सो ये चीज सारी टर्मिनोलॉजी अपनी जिहड़ी है क्लीयर करो। वो शरीर है, शरीर नाशवंत है, लेकिन शरीर दे विच वसन वाला रहन वाला जीओ नहीं मरदा, कदे खत्म नहीं हुंदा। पर असी उस जीओ नूं परमात्मा दे विच जिउंदे जी लीन करना है। जिउंदे जी उहदे विच समा जाना है। थोड़ा जिहा अज विचार आ रहा होएगा कि बेशक भावें बाद च भी आपां गल क्लीयर करांगे कि अज थोड़ा जिहा शायद बोरिंग लग रहा होएगा क्योंकि एक ही गल नूं बार बार रिपीट कर रहे ने। पर यह रिपीट करन दा भाव यही है कि मन नूं पक्कियां करना, मन नूं यकीन दिवाउणा। नंबर 28 गुरमुख परचय वेद विचारी। हुण ओही चार चीज़ां एक ते भरोसा, प्रतीत, दीख्या और एक दा जप। जिन्नू अकाल पुरख ते पूर्ण भरोसा विश्वास बज जांदा है जिहदा, वो फिर समझ लो कि कोई गल उस तो गुझी नहीं रही। वेदां दा ज्ञान उहदे अंदर समाउणा शुरू हो जाता। फिर उहनूं वेदां दी लोड़ ही नहीं रहिंदी। समझ लो जिहड़ा गुरमुख सिस्टम दे अधीन आ गया, परचय जिहड़ा उस आपां कहंदे नहीं, पिछली बार भी आपां जिक्र कीता सी, इहनूं परचाओ, बच्चा रो रिहा इहनूं परचाओ। ये जिहड़ा अकाल पुरख दी मेहर दे नाल, बख्शिश दे नाल जिहड़ा मन परच गया, वो फिर वेदां दा ज्ञान उहदे अंदर समा जांदा। गुरमुख परचय तरिए तारी, वो फिर इस भवजल तो पार लंघदा है। ये भवजल तो लंघना आपां डीटेल दे विच शब्दां च विचार आए हैं पिछे। सो इस चीज़ नूं हुण तुसीं आप याद करना, रखना। गुरमुख परचय सो शब्द ज्ञान। शब्द ज्ञानी तो भाव जिहड़ा है
ਉਹ ਹੈ ਕਿ ਪਰਮਾਤਮਾ ਦੇ ਨਾਲ, ਸਤਿਗੁਰ ਦੇ ਨਾਲ ਉਹਦੀ ਡੂੰਘੀ ਜਾਣ ਪਛਾਣ ਹੋ ਜਾਂਦੀ ਹੈ। ਗੁਰਮੁਖ ਪਰਚੈ ਅੰਤਰ ਵਿਦ ਜਾਨੀ। ਪਰਮਾਤਮਾ ਜਿਹੜਾ ਸਾਡੇ ਅੰਦਰ ਹੀ ਵਾਸਾ ਕਰਦਾ ਹੈ, ਉਸ ਦੀ ਉਹਨੂੰ ਸੋਝੀ ਪੈ ਜਾਂਦੀ ਹੈ ਕਿ ਪਰਮਾਤਮਾ ਬਾਹਰ ਨਹੀਂ ਹੈ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਇਹ ਸਾਰੀ ਸਟੇਟ ਆਫ ਮਾਈਂਡ ਦੇ ਨਾਲ ਗੱਲ ਚੱਲ ਰਹੀ ਹੈ। ਗੁਰਮੁਖ ਪਾਈਐ ਅਲਖ ਅਪਾਰ। ਉਹ ਜਿਹੜਾ ਅਦ੍ਰਿਸ਼ਟ ਅਗੋਚਰ, ਉਹ ਗੁਰੂ ਦੇ ਸ਼ਬਦ ਦੇ ਜ਼ਰੀਏ ਮਿਲ ਪੈਂਦਾ ਹੈ। ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਫਿਰ ਨਾਨਕ ਗੁਰਮੁਖੇ ਮੁਕਤੇ ਦੁਆਰ। ਚਾਰ ਪਦਾਰਥਾਂ ਚੋਂ ਅਖੀਰਲਾ ਪਦਾਰਥ ਹੈ, ਉੱਥੇ ਤੱਕ ਉਹ ਅਭਿਆਸੀ ਪਹੁੰਚਦਾ ਹੈ। ਸੋ ਇਹ ਗੁਰਮੁਖ ਸਿਸਟਮ ਦੀ ਬਿਊਟੀ ਹੈ। ਇਹ ਚਾਰ ਚੀਜ਼ਾਂ ਨੇ, ਇਹ ਸਾਰਾ ਕੁਝ ਉਸ ਸਿਸਟਮ ਦੇ ਵਿੱਚ ਹੀ ਹੈ। ਇਹ ਜੇ ਅਸੀਂ ਆਪਣੇ ਆਪ ਨੂੰ ਇਹ ਸਮਝਦੇ ਹਾਂ ਕਿ ਅਸੀਂ ਇਸ ਸਿਸਟਮ ਦੇ ਵਿੱਚ ਜਾ ਰਹੇ ਹਾਂ, ਠੀਕ ਹੈ, ਯੂ ਆਰ ਔਨ ਰਾਈਟ ਪਾਥ। ਪਰ ਜੇ ਇਹ ਗੱਲਾਂ ਹੈ ਨਹੀਂ ਸਾਡੇ 'ਚ ਕਿਤੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ, ਬਾਣੀ ਨੂੰ ਗੁਰੂ ਵੀ ਮੰਨੀ ਜਾ ਰਹੇ ਹਾਂ, ਔਰ ਦੂਸਰੇ ਪਾਸੇ ਜਿਹੜੀਆਂ ਦੁਨਿਆਵੀ ਗੱਲਾਂ ਨੇ, ਵਰਤ ਰੱਖਣੇ ਆ, ਪੰਡਤਾਂ ਕੋਲ ਜਾ ਕੇ ਹੱਥ ਦਿਖਾਉਣੇ, ਅਰਦਾਸਾਂ ਕਰਾਉਣੀਆਂ, ਈਵਨ ਗੁਰਦੁਆਰੇ ਜਾ ਜਾ ਕੇ। ਆਪ ਤੇ ਕੁਛ ਕਰ ਹੀ ਨਹੀਂ ਸਕਦੇ ਅਸੀਂ ਨਾ, ਅਰਦਾਸਾਂ ਕਰਾ ਲਓ। ਉਹ ਦੂਜਾ ਭਾਵ ਹੈ ਸਾਰਾ। ਦੂਜਾ ਭਾਵ, ਆਪਣੀ ਅਰਦਾਸ ਆਪ ਕਰੋ। ਅਰਦਾਸ ਹੈ ਹੀ ਭਗਤੀ ਹੈ। ਬਾਬਾ ਨਾਨਕ ਸ਼ਬਦਾਂ ਦੇ ਵਿੱਚ, ਆਪਣੇ ਸ਼ਬਦਾਂ ਦੇ ਵਿੱਚ ਅਰਦਾਸ ਦਾ ਜ਼ਿਕਰ ਕਰ ਰਿਹਾ। ਉਹ ਕਿਹੜੀ ਅਰਦਾਸ ਹੈ? ਉਹ ਹੈ ਬੇਨਤੀ ਰੂਪ ਹੋ ਕੇ ਨਾਮ ਜਪਣਾ। ਦੋਏ ਕਰ ਜੋੜ ਕਰੋ ਅਰਦਾਸ, ਤੁਧ ਭਾਵੈ ਤਾਂ ਆਣੇ ਰਾਸ। ਕਰ ਕਿਰਪਾ ਆਪਣੀ ਭਗਤੀ ਲਾਏ। ਇਹੀ ਅਰਦਾਸ ਹੈ। ਅਕਾਲ ਪੁਰਖ ਦੀ ਭਗਤੀ ਦੀ ਸ਼ੁਰੂਆਤ ਮੈਂ ਤੇ ਕਰਨੀ ਕਹੂੰਗਾ ਕਿ ਇਹੀ ਅਰਦਾਸ ਹੈ। ਕਿਸ ਤਰ੍ਹਾਂ? ਜਨ ਨਾਨਕ ਪ੍ਰਭ ਸਦਾ ਧਿਆਏ। ਕਹਿੰਦੇ ਤੂੰ ਨਾਮ ਜਪੀ ਜਾ, ਤੇਰੀ ਅਰਦਾਸ ਆਪਣੇ ਆਪ ਹੋਈ ਜਾਣੀ, ਹੋ ਰਹੀ ਹੈ ਤੇਰੀ ਅਰਦਾਸ। ਸੋ ਇਹ ਚੀਜ਼ਾਂ ਸਾਨੂੰ ਸੋਚਣੀਆਂ ਪੈਣਗੀਆਂ। ਇਹਨਾਂ ਦੀ ਵਿਚਾਰ ਸਾਨੂੰ ਕਰਨੀ ਪਊਗੀ। ਇਹਨਾਂ ਨੂੰ ਮੱਥੇ ਟੇਕ ਕੇ ਨਹੀਂ ਸਰਨਾ। ਹੁਣ ਅੱਜ ਹੀ ਇਹ ਜਿਹੜਾ ਸਿੱਧ ਗੋਸ਼ਟ, ਅਸੀਂ ਦੋ ਚੀਜ਼ਾਂ ਵਿਚਾਰਦੇ ਆ ਰਹੇ ਹਾਂ ਸ਼ੁਰੂ ਤੋਂ ਵੀ, ਇਹ ਸਿੱਧਾਂ ਨਾਲ ਗੱਲਾਂ ਹੋਈਆਂ ਨੇ। ਆ ਹੁਣੇ ਕਲੀਅਰ ਹੋਣਾ ਅੱਗੇ ਜਾ ਕੇ। ਦੇਖਿਓ, ਨੰਬਰ 28 ਸਾਡਾ ਪੂਰਾ ਹੋ ਗਿਆ। ਅੱਗੇ ਚੱਲੀਏ ਨੰਬਰ 29 ਤੇ। ਗੁਰਮੁਖ ਅਕਥ ਕਥੈ ਵਿਚਾਰ। ਅਕਥ ਕਥਨਾ, ਅਕਥ ਨੂੰ ਕਥਨਾ ਸ਼ਬਦ ਦਾ ਅਭਿਆਸ। ਗੁਰਮੁਖ ਨਿਭ ਹੈ ਸਭ ਪਰਵਾਰ। ਉਹ ਘਰ-ਬਾਰੀ ਹੁੰਦਿਆਂ ਹੋਇਆਂ, ਗ੍ਰਸਤੀ ਮਾਰਗ ਤੇ ਚੱਲਦਿਆਂ ਨਿਭ ਜਾਂਦਾ। ਕਿਉਂਕਿ ਇੱਕ ਤੇ ਭਰੋਸਾ, ਇੱਕ ਦੀ ਪ੍ਰਤੀਤ, ਇੱਕ ਦੁਆਰਾ ਦਿਖਿਆ ਤੇ ਇੱਕ ਨੂੰ ਜਪਣਾ। ਗੁਰਮੁਖ ਜਪੀਐ ਅੰਤਰੇ ਪਿਆਰ। ਇਹ ਕੋਈ ਮੇਰਾ ਖਿਆਲ ਗੱਲ ਰਹਿ ਨਹੀਂ ਜਾਂਦੀ। ਸਾਨੂੰ ਇਹ ਸਮਝ ਆ ਰਹੀ ਹੈ, ਬਿਲਕੁਲ ਹੁਣ ਸਮਝ ਆ ਰਹੀ ਹੈ। ਅੰਦਰੇ ਪਿਆਰ ਪੈਣਾ ਪਰਮਾਤਮਾ। ਪਰਮਾਤਮਾ ਦੇ ਨਾਲ ਪਿਆਰ, ਉਹਨੂੰ ਰੁਮਾਲੇ ਚੜਾ ਕੇ ਨਹੀਂ, ਉਹਨੂੰ ਪੈਸੇ ਚੜਾ ਕੇ ਨਹੀਂ, ਉਹਦੇ ਅੱਗੇ ਵਾਰ-ਵਾਰ ਮੱਥੇ ਟੇਕ ਕੇ ਨਹੀਂ। ਪਰਮਾਤਮਾ ਨਾਲ ਪਿਆਰ ਗੁਰਮੁਖ ਸਿਸਟਮ ਦੇ ਵਿੱਚ ਜਦੋਂ ਅਸੀਂ ਦਾਖਲ ਹੋ ਜਾਾਂਗੇ, ਪਰਮਾਤਮਾ ਦੇ ਨਾਲ ਪਿਆਰ ਆਪੇ ਪੈ ਜਾਏਗਾ। ਗੁਰਮੁਖ ਪਾਈਐ ਸ਼ਬਦ ਆਚਾਰ। ਆਚਰਨ
ਕਰੈਕਟਰ। ਗੁਰਮੁਖ ਹੋਵਾਂਗੇ ਤੇ ਸਾਡੇ ਕਰੈਕਟਰ ਹੋਣਗੇ, ਸਾਡੇ ਗੁਣ ਹੋਣਗੇ। ਸ਼ਬਦ ਭੇਦ ਜਾਣੈ ਜਾਣਾਈ। ਗਿਆਨ ਦੀਆਂ ਗੱਲਾਂ ਪਹਿਲਾਂ ਆਪ ਜਾਣਦਾ ਗੁਰਮੁਖ, ਫਿਰ ਦੂਜਿਆਂ ਨੂੰ ਦੱਸਦਾ ਵੀ ਭਾਈ ਆਹ ਕੰਮ ਇਸ ਤਰ੍ਹਾਂ ਨਹੀਂ ਕਰਨਾ, ਆਹ ਕੰਮ ਆਹ ਗੁਰਮਤ ਕਹਿੰਦੀ ਹੈ, ਗੁਰਬਾਣੀ ਗੁਰੂ ਇਸ ਤਰ੍ਹਾਂ ਕਹਿੰਦੇ, ਇਸ ਤਰ੍ਹਾਂ ਕਰੋ। ਉਹ ਫਿਰ ਗੁਰਮੁਖ ਆਪਣੀ ਡਿਊਟੀ ਪੂਰੀ ਕਰਦਾ। ਨਾਨਕ ਹਉਮੈ ਜਾਲ ਸਮਾਈ। ਗੁਰਮੁਖ ਸਿਸਟਮ ਦੇ ਵਿੱਚ ਜਿਹੜਾ ਆ ਗਿਆ, ਉਹ ਹਉਮੈ ਨਾਲ 4 ਹੋਰ ਲਾ ਲਓ, ਉਹਨਾਂ ਨੂੰ ਸਾੜ ਕੇ ਅਕਾਲ ਪੁਰਖ ਦੇ ਵਿੱਚ ਲੀਨ ਹੁੰਦਾ। ਹੋਣਾ ਹੀ ਤਾਂ ਜਦੋਂ ਉਹ ਸੜਨਗੇ। ਸੋ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਜਿੱਥੇ ਕਿਤੇ ਇੱਕ ਦਾ ਵੀ ਜ਼ਿਕਰ ਆ ਰਿਹਾ ਹੈ, ਹਉਮੈ ਜਾਂ ਕਾਮ ਜਾਂ ਕ੍ਰੋਧ, ਬਾਕੀ 4 ਆਪੇ ਆਲਰੇਡੀ ਉਹਦੇ ਨਾਲ ਅਟੈਚ। ਹੁਣ ਕੱਲੀ ਹਉਮੈ ਸਾੜ ਕੇ ਤੇ ਨਹੀਂ ਨਾ ਅਸੀਂ ਅਕਾਲ ਪੁਰਖ ਦੇ ਵਿੱਚ ਸਮਾ ਸਕਦੇ। ਇਹ ਫਾਰਮੂਲੇ ਇੱਥੋਂ ਲੈਣੇ ਆ, ਗਿਆਨ ਇੱਥੋਂ ਲੈਣਾ ਕਿ ਕਾਮ ਉਹਦੇ ਭਰਿਆ ਹੋਏ ਔਰ ਹਉਮੈ ਨਾ ਹੋਏ, ਕਿੱਦਾਂ ਪੋਸੀਬਲ ਹੋਊਗਾ। ਸੋ ਜਿੱਥੇ ਵੀ ਕਿਤੇ ਇੱਕ ਵੀ ਅੱਖਰ ਆ ਰਿਹਾ ਪੰਜਾਂ ਚੋਂ, ਨਾਲ 4 ਐਡ ਕਰ ਲਿਆ ਕਰੋ ਆਪਣੇ ਆਪ। ਨਾਨਕ ਹਉਮੈ ਜਾਲ ਸਮਾਈ। ਪੰਜਾਂ ਤੋਂ ਛੁਟਕਾਰਾ ਪਾ ਕੇ ਉਹਨਾਂ ਨੂੰ ਸਾੜ ਕੇ ਆਪਣਾ ਜੀਵ ਜਿਹੜਾ ਉਹਦੇ ਚ ਸਮੋ ਦਿੱਤਾ। ਇਹ ਹੋ ਗਿਆ ਪਦਾ ਨੰਬਰ 29। ਗੁਰਮੁਖ ਧਰਤੀ ਸੱਚ ਹੈ ਸਾਜੀ। ਇਸੇ ਸਿਸਟਮ ਦੇ ਵਿੱਚ ਕਰਤੇ ਪੁਰਖ ਨੇ ਧਰਤੀ ਸਾਜੀ। ਤਿਸ ਮਹਿ ਓਪਤ ਖਪਤ ਸੁਬਾਜੀ। ਇਸੇ ਧਰਤੀ ਦੇ ਵਿੱਚ ਉਤਪਤੀ ਔਰ ਨਾਸ, ਇਹੀ ਮੀਨਿੰਗ ਲਿਖਿਆ ਇੱਥੇ। ਇੱਕ ਖੇਡ ਬਣਾ ਦਿੱਤੀ, ਇੱਕ ਬਾਜੀ ਬਣਾ ਦਿੱਤੀ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਔਰ ਜੋ ਮਨੁੱਖ ਗੁਰੂ ਦੇ ਸ਼ਬਦ ਦੇ ਜ਼ਰੀਏ ਸ਼ਬਦ ਜਪ ਜਪ ਕੇ ਉਸ ਰੰਗ ਅਵਸਥਾ ਦੇ ਵਿੱਚ ਪਹੁੰਚਦਾ ਹੈ। ਰਪੈ, ਰਪੈ ਇੱਕ ਹੁੰਦਾ ਕਿ ਰੰਗ ਬੁਰਸ਼ ਨਾਲ ਐਨ ਪਿਆਰ ਨਾਲ ਕਰਦੇ ਆਪਾਂ ਕੰਧ ਤੇ। ਫॉर ਐਗਜ਼ਾਮਪਲ ਜਿਵੇਂ ਕੰਧ ਤੇ ਬੁਰਸ਼ ਨਾਲ ਬੜੇ ਪਿਆਰ ਨਾਲ ਆਪਾਂ ਰੰਗ ਕਰਦੇ ਆ, ਆਪਾਂ ਡੋਲਦੇ ਨਹੀਂ, ਉਹ ਹੁੰਦਾ ਰਪਣਾ। ਪਿਆਰ ਦੇ ਨਾਲ। ਬੜੇ ਪੁਰਾਣੀ ਪੰਜਾਬੀ ਦੇ ਲਫ਼ਜ਼ ਨੇ, ਕਿੰਨੇ ਮਜ਼ੇਦਾਰ ਲਫ਼ਜ਼ ਨੇ, ਔਰ ਇਹਨਾਂ ਦੇ ਮੀਨਿੰਗ ਜਾਣ ਕੇ ਬੜੀ ਖੁਸ਼ੀ ਹੁੰਦੀ ਹੈ। ਗੁਰ ਕੈ ਸ਼ਬਦ ਰਪੈ ਰੰਗ ਲਾਏ, ਬੜੇ ਪਿਆਰ ਦੇ ਨਾਲ ਰੰਗ ਚੜਾਉਂਦਾ ਨਾਮ ਦਾ ਫਿਰ ਗੁਰਮੁਖ। ਸਾਚ ਰਤੋਂ, ਔਰ ਰੰਗ ਚੜਾ ਚੜਾ ਕੇ ਫਿਰ ਰੱਤੇ ਦੀ ਅਵਸਥਾ ਤੱਕ ਪਹੁੰਚਦਾ। ਰੱਤੇ ਸਹੀ ਜੇ ਮੁੱਖ ਨਾ ਮੁੜਨ, ਤਾਂ ਲਿਖਿਆ ਉੱਥੇ ਰੰਗੇ ਸਹੀ ਨਹੀਂ ਲਿਖਿਆ, ਉੱਥੇ ਰੱਤੇ ਸਹੀ ਲਿਖਿਆ। ਸਾਚ ਰਤੋਂ ਪਤ ਸਿਉ ਘਰ ਜਾਏ। ਪਤ ਕੀ ਹੈ? ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼। ਏਤ ਰਾਹੇ ਪਤ, ਇੱਥੇ ਸਪੇਸ ਦਿਓ, ਏਤ ਰਾਹੇ ਪਤ। ਹੋਰ ਕੀ ਹੋਣਾ? ਪੌੜੀਆਂ ਚੜੀ ਹੈ, ਅਵਸਥਾ ਉੱਚੀ ਹੋਏਗੀ। ਕਿੰਨੀ ਉੱਚੀ ਹੋਏਗੀ? ਹੋਏ 21। ਏਤ ਰਾਹੇ ਪਤ, ਪੌੜੀਆਂ ਚੜੀ ਹੈ, ਹੋਏ 21। ਪਰ ਅੱਗੇ ਕਹਿੰਦੇ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਸਾਚ ਰਤੋਂ ਪਤ ਸਿਉ ਘਰ ਜਾਏ। ਗੁਰ ਕੈ ਸ਼ਬਦ ਰਪੈ ਰੰਗ ਲਾਏ। ਸਾਚ ਰਤੋਂ ਪਤ ਸਿਉ ਘਰ ਜਾਏ। ਸਾਚ ਸ਼ਬਦ ਬਿਨ ਪਤ ਨਹੀਂ ਪਾਵੈ। ਨਾਨਕ ਬਿਨ ਨਾਮੈ ਕਿਉਂ ਸਾਚ ਸਮਾਵੈ। ਨਾਮ ਤੋਂ ਬਿਨਾ ਕੋਈ ਦੂਸਰਾ ਕੋਈ ਤਰੀਕਾ ਹੀ ਨਹੀਂ ਹੈ। ਜਿਹੜਾ ਨਾਮ ਨਹੀਂ ਜਪ ਰਿਹਾ, ਹੋਰ ਭਾਵੇਂ ਲੱਖਾਂ ਕੰਮ ਕਰੀ ਜਾ ਰਿਹਾ, ਉਹ ਜਨਮ ਮਰਨ ਦੇ ਗੇੜ ਚੋਂ ਮੁਕਤ ਨਹੀਂ ਹੋ ਸਕਦਾ। ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ, ਗਿਆਨ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ। ਜਨਮ ਉਹਨੂੰ ਜਿਹੜਾ ਮਿਲਿਆ ਉਹਦਾ ਵੇਸਟ ਚਲਾ ਜਾਏਗਾ ਜੇ ਉਹ ਜਿਉਂਦੇ ਜੀ ਅਕਾਲ ਪੁਰਖ ਚ ਨਹੀਂ ਸਮਾਇਆ।
गोबिंद मिलन की ए तेरी बरिया, ये मिलना ही पऊगा, मिल के ही सफलता है। ये हो गया जी अंक नंबर, पदा नंबर 30। अगे चलिए हुण गुरमुख अष्ट सिद्धि सब बुद्धि। गुरमुख सिस्टम दे विच जिहड़ा मनुख चल रहा, बड़ी वारी असी शब्दां च पढ़दे सुनदे नव निधियां 18 सिद्धियां पिछे लगियां फिरें। अष्ट सिद्धि, 8 करामातां, सब बुद्धि, अकल दी प्राप्ति, अकलदान, गुरमुख भवजल तरीए सच सुद्धि। नाले संसार समुद्र तर जाइदा, नाले शुद्ध हो जाइदा। अशुद्धि का ही बड़ा रौला हुंदा है। ये हिंदू धर्म दे विच ज़्यादा मन्निया जाता है लेडीज़ वास्ते। शुद्धि करा के आओ जी, परिवार शुद्धि कराउण गया हरिद्वार। ये बड़ियां चीज़ां ने और ये साडे भी चलदा है काम। कई वारी कई चीज़ां सानू इत्थे बैठे इंडिया च बड़ा कुछ चलदा, पर शब्द तो बगैर जीरो, कुछ भी नहीं है शब्द तो बगैर। जे नाम ते भरोसा नहीं है, गुरबाणी पढ़ के, गुरबाणी गा के, गुरबाणी समझ के, वो जाया चले जाएगा। गुरमुख सर अफसर बिद जाना है। हुण ਉਹ ਸਿੱਖ ਜਿਹੜਾ ਗੁਰਮੁਖ ਸਿਸਟਮ ਦੇ ਵਿੱਚ ਆਪਣਾ ਜੀਵਨ ਜੀਉ ਰਿਹਾ, ਉਹਨੂੰ ਚੰਗੇ ਮੰਦੇ ਦਾ ਪਤਾ ਲੱਗ ਜੂ। ਗੁਰਮੁਖ ਪਰਵਿਰਤ ਨਰਵਿਰਤ ਪਛਾਣੈ, ਉਹ ਪਛਾਣ ਲੈਂਦਾ ਹੈ ਕਿ ਕੀ ਮੈਂ ਛੱਡਣਾ ਤੇ ਕੀ ਮੈਂ ਰੱਖਣਾ। ਗੁਰਮੁਖ ਤਾਰੇ ਪਾਰ ਉਤਾਰੇ, ਉਹ ਆਪ ਹੀ ਨਹੀਂ, ਉਹ ਹੋਰਨਾਂ ਨੂੰ ਵੀ ਨਾਲ ਲੈ ਕੇ ਸੰਸਾਰ ਸਾਗਰ ਤੋਂ ਤਾਰ ਦਿੰਦਾ, ਕਿਉਂਕਿ ਉਹਦੀ ਸੰਗਤ ਇਹ ਸ਼ਬਦ ਦੀ ਤਾਕਤ ਹੈ, ਸ਼ਬਦ ਦੇ ਅਭਿਆਸ ਦੀ ਤਾਕਤ ਹੈ। ਪਰ ਉਹ ਗੁਰਮੁਖ ਇਹ ਨਹੀਂ ਸਮਝਦਾ ਕਿ ਇਹਨਾਂ ਨੂੰ ਮੈਂ ਤਾਰ ਰਿਹਾ, ਕਿਉਂਕਿ ਜਿਹੜੇ ਉਹਦੇ ਸੰਗੀ ਸਾਥੀ ਸਗਲ ਤਰਾਈ, ਉਹ ਉਹਦੇ ਵਰਗੇ ਬਣਨ ਦੀ ਕੋਸ਼ਿਸ਼ ਕਰਦੇ ਆ, ਉਹਦੇ ਵਰਗਾ ਆਚਰਣ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਗੁਰਮੁਖੇ ਤਾਰੇ ਪਾਰ ਉਤਾਰੇ, ਨਾਨਕ ਗੁਰਮੁਖੇ ਸ਼ਬਦ ਨਿਸਤਾਰੇ। ਉਸ ਗੁਰਮੁਖ ਨੂੰ ਵੀ ਸ਼ਬਦ ਨੇ ਸੋਝੀ ਬਖਸ਼ੀ ਹੁੰਦੀ ਹੈ, ਤਾਕਤ ਬਖਸ਼ੀ ਹੁੰਦੀ ਹੈ, ਮੁਕਤੀ ਬਖਸ਼ੀ ਹੁੰਦੀ ਹੈ। ਤੇ ਉਸ ਗੁਰਸਿੱਖ ਦੀ ਜਿਹੜੇ ਸੰਗਤ ਚ ਆਉਂਦੇ ਹੈ, ਉਹ ਵੀ ਉਹ ਗਿਆਨ ਹਾਸਲ ਕਰਦੇ ਹੈ, ਸ਼ਬਦ ਦਾ ਜਪਣਾ ਹਾਸਲ ਕਰਦੇ ਹੈ, ਤੇ ਉਹ ਵੀ ਨਾਲ ਤਰ ਜਾਂਦੇ। ਵੈਰੀ ਵੈਰੀ ਸਿੰਪਲ, ਇੰਨਾ ਸਿੰਪਲ ਹੈ, ਅਸੀਂ ਬਸ ਇਹਨੂੰ ਟਾਈਮ ਨਹੀਂ ਦਿੰਦੇ। ਹੋਰ ਕੋਈ ਸਾਡੇ ਲਈ ਪਾਠ ਕਰੀ ਜਾਏ ਤੇ ਵੈਲ ਐਂਡ ਗੁੱਡ। 31 ਨੰਬਰ ਅੱਜ ਦਾ ਜਿਹੜਾ ਕਾਫੀ ਸੌਖਾ ਜਾ ਰਿਹਾ, ਇਹਨੂੰ ਜ਼ਰੂਰ ਪੜ੍ਹਨਾ। ਸੁਣੋ, ਭਾਵੇਂ ਇਹ ਦੁਬਾਰਾ ਇੱਕ ਵਾਰੀ ਧਿਆਨ ਨਾਲ ਸੁਣ ਲਓ, ਬਹੁਤ ਹੈ। ਦੁਬਾਰਾ ਸੁਣੋ ਭਾਵੇਂ ਨਾ, ਕੋਈ ਗੱਲ ਨਹੀਂ, ਪਰ ਲੇਕਿਨ ਇਹਨੂੰ ਆਪ ਵਿਚਾਰਨਾ ਹੈ ਆਪਾਂ ਸਾਰਿਆਂ ਨੇ। ਨਾਮੇ ਰਾਤੇ ਹਉਮੈ ਜਾਏ, ਵੈਰੀ ਸਿੰਪਲ। ਹੁਣ ਪੰਜਾਂ ਤੋਂ ਛੁਟਕਾਰਾ ਹੀ ਹੋਣਾ ਹੈ, ਨਾਮ ਦੇ ਨਾਲ ਰੰਗਿਆ ਨਹੀਂ, ਨਾਮ ਦੇ ਨਾਲ ਰੱਤਿਆਂ। ਕਿਉਂਕਿ ਰੰਗਣਾ ਨੀਵੀਂ ਸਟੇਜ ਹੈ। ਕੱਚਾ ਰੰਗ ਕੁਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ, ਉਹ ਰੰਗ ਉਤਰ ਸਕਦਾ, ਪਰ ਜਦੋਂ ਰੱਤੇ ਦੀ ਸਟੇਜ ਤੱਕ, ਸਟੇਟ ਆਫ ਮਾਈਂਡ ਉੱਥੋਂ ਤੱਕ ਆ ਗਈ, ਫਿਰ ਨਾਮੇ ਰਾਤੇ ਹਉਮੈ ਜਾਏ, ਪੰਜਾਂ ਤੋਂ ਛੁਟਕਾਰਾ। ਨਾਮੇ ਰੱਤੇ ਸੱਚ ਰਹੇ ਸਮਾਏ, ਅਕਾਲ ਪੁਰਖ ਦੇ ਵਿੱਚ ਲੀਨ। ਨਾਮੇ ਰੱਤੇ ਜੋਗ ਜੁਗਤ ਵਿਚਾਰ, ਉਹਨਾਂ ਨੂੰ ਜੁਗਤੀ ਪ੍ਰਾਪਤ ਹੁੰਦੀ, ਉਹਨਾਂ ਨੂੰ ਜੋਗ ਵਿਚਾਰ ਹੁੰਦਾ, ਜਿਹੜੇ ਰੱਤੇ ਤੱਕ ਪਹੁੰਚਦੇ ਨੇ। ਇਸੇ ਕਰਕੇ ਮੈਂ ਬੇਨਤੀ ਕਰਦਾ ਹੁੰਨਾ, ਇਹ ਜਿੰਨਾ ਵੀ ਗਿਆਨ ਗੁਰੂ ਗ੍ਰੰਥ ਸਾਹਿਬ ਦਾ ਆਇਆ, ਇਹ ਰੱਤੇ ਦੀ ਸਟੇਜ ਤੇ ਜਾ ਕੇ ਆਇਆ, ਰੱਤੇ ਦੀ ਅਵਸਥਾ ਦੇ ਵਿੱਚ ਜਾ ਕੇ ਆਇਆ। ਨਾਮ ਰੱਤੇ ਪਾਵੇਂ ਮੋਖ ਦੁਆਰ, ਮੁਕਤੀ ਦਾ ਰਸਤਾ ਵੀ ਉੱਥੇ ਹੀ ਮਿਲਣਾ, ਰੱਤੇ ਦੀ ਸਟੇਜ ਤੇ। ਬਹੁਤ ਉੱਚੀ ਸਟੇਜ ਹੈ। ਨਾਮੇ ਰੱਤੇ ਤ੍ਰਿਭਵਨ ਸੋਝੀ ਹੋਏ, ਤ੍ਰਿਭਵਨ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ, ਤਿੰਨਾਂ ਭਵਨਾਂ ਦੀ, ਤਿੰਨਾਂ ਕਾਲਾਂ ਦੀ ਸੋਝੀ ਹੋ ਜਾਂਦੀ ਹੈ।
सतगुर मिले दिव दृष्ट होए, आनंद बाणी च विचार रहे हैं आपां। सतगुर मिले सतगुर दे विच समाउण तो बाद, मिलन तो बाद दिव दृष्ट होए। ऐसी दिव दृष्टि हुंदी है जो बिदर नूं हो गई सी और अन्ने राजे नूं, जिन्हें महाभारत दा सारा आंखों देखा हाल घर बैठे नूं सुणाता सी। ओदा भी जिक्र आया गुरबाणी च। बिदर दासी सुत बहुत उच्ची अवस्था दे मालक सी। नानक नाम रते सदा सुख होए। वो सुख दे विच हुण सारा कुछ आ गया। चार पदार्थ जेको मांगे साध जना की सेवा लागे। ये चारों पदार्थां तो लैके अखीरले पहले तो लैके अखीरले तक, मुक्त पदार्थ तक ये सुख दे विच है। दुनियावी ते चलो आपां हुण गल ही नहीं करनी ना। अपना ये जिहड़ा इहदा मोटिव ही आत्मक तरक्की है। वो आपे मिलते जाने हैं। ये नहीं भी मिलते नहीं, आपे मिलते जाने हैं। हुण किसे नूं, उस गुरसिख नूं किसे दी मथाजी नहीं रहिंदी। ਉਹਨੂੰ ਅਕਾਲ ਪੁਰਖ ਆਪ ਕਿਰਪਾ ਕਰਕੇ ਉਹਦੇ ਸਾਰੇ ਕਾਰਜ ਸਵਾਰਦੇ ਆ। ਇਹ ਹੋ ਗਿਆ ਅੰਕ ਨੰਬਰ 32। ਆ ਲਓ ਜੀ, ਹੁਣ ਉਹ ਮੀਨਿੰਗ ਆ ਗਿਆ ਜਿਹਦੀ ਆਪਾਂ ਵੇਟ ਕਰਦੇ ਸੀ। ਨਾਮ ਰਤੇ ਸਿੱਧ ਗੋਸ਼ਟ ਹੋਏ। ਅਕਾਲ ਪੁਰਖ ਦੇ ਨਾਲ ਵਿਚਾਰ, ਅਕਾਲ ਪੁਰਖ ਦੇ ਨਾਲ ਗੱਲਾਂ। ਔਰ ਇੱਥੇ ਇਹਨਾਂ ਨੇ ਬਾਏ ਚਾਂਸ ਜਿਹੜਾ ਮੀਨਿੰਗ ਲਿਖ ਦਿੱਤਾ ਉਹ ਵੀ ਬੜਾ ਸੋਹਣਾ ਲਿਖ ਦਿੱਤਾ। ਪ੍ਰਭੂ ਦੇ ਨਾਮ ਦੇ ਵਿੱਚ ਰਤਿਆਂ ਹੀ ਪ੍ਰਭੂ ਨਾਲ ਮਿਲਾਪ ਹੁੰਦਾ ਹੈ। ਆ ਹੈ ਸਿੱਧ ਗੋਸ਼ਟ। ਅਕਾਲ ਪੁਰਖ ਦੇ ਨਾਲ ਮਿਲਾਪ ਦੀ ਗੱਲ ਹੈ। ਹੋਰ ਕੋਈ ਐਵੇਂ ਸੜੇ ਜੋਗੀਆਂ ਨਾਲ ਬਾਹਰ ਬਾਬੇ ਬਕਾਲੇ ਕਿਤੇ ਚੱਲ, ਪਤਾ ਨਹੀਂ ਕਿੱਥੇ ਉਹ ਸਾਡੇ ਪਿੰਡਾਂ ਦੇ ਲਾਗੇ, ਤਾਂ ਇਹ ਉੱਥੇ ਦਾ ਕੋਈ ਇਤਿਹਾਸ ਨਹੀਂ ਹੈ। ਇਹ ਅਕਾਲ ਪੁਰਖ ਦੀਆਂ ਗੱਲਾਂ ਨੇ ਜਿਹੜੀਆਂ ਅੰਦਰ ਹੋਣੀਆਂ ਨੇ। ਰੱਤੇ ਦੀ ਸਟੇਜ ਤੇ ਜਾ ਕੇ ਨਾਮ ਰੱਤੇ ਸਦਾ ਤਪ ਹੋਏ। ਇਹ ਤਪ ਦੇ ਪੱਪੇ ਨੂੰ ਔਂਕੜ ਹੈ। ਉਹ ਤਪ ਨਹੀਂ ਜਿਹੜਾ ਪਾਣੀਆਂ 'ਚ ਖਲੋ ਕੇ ਕਰਨਾ, ਜਾਂ ਇੱਕ ਪੈਰ ਤੇ ਖਲੋ ਕੇ ਕਰਨਾ, ਜਾਂ ਖੜੇ ਹੋ ਕੇ ਕਰਨਾ, ਜਾਂ ਕੋਈ ਆਸਣ ਲਾ ਕੇ ਕਰਨਾ। ਇਹ ਉਹ ਤਪ ਨਹੀਂ ਹੈ। ਇਹ ਰੱਤੇ ਦੀ ਸਟੇਜ ਤੇ ਜਦੋਂ ਪਹੁੰਚ ਗਏ ਤਪ ਆਪੇ ਹੋਈ ਜਾਣਾ, ਕਿਉਂਕਿ ਸ਼ਬਦ ਦਾ ਅਭਿਆਸ ਹੈ। ਨਾਮ ਰੱਤੇ ਸੱਚ ਕਰਨੀ ਸਾਥ। ਨਾਮ ਨੂੰ ਜਪਣਾ ਹੀ ਸਭ ਤੋਂ ਵੱਡੀ ਕਰਨੀ ਹੈ। ਨਾਮ ਰੱਤੇ ਗੁਣ ਗਿਆਨ ਵਿਚਾਰ। ਉਸ ਰੱਤੇ ਦੀ ਸਟੇਜ ਤੱਕ ਜਿਹੜੇ ਪਹੁੰਚ ਗਏ ਹੈ, ਉਹਨਾਂ ਨੂੰ ਗਿਆਨ ਦੀ ਵਿਚਾਰ, ਗਿਆਨ ਨਾਲ, ਪ੍ਰਭੂ ਦੇ ਗੁਣਾਂ ਦੇ ਨਾਲ ਉਹਨਾਂ ਦੀ ਜਾਣ ਪਛਾਣ, ਸਾਂਝ ਪੈ ਜਾਂਦੀ ਹੈ। ਬਿਨ ਨਾਮੈ ਬੋਲੇ ਸਭ ਬੇਕਾਰ। ਜਿੰਨਾ ਮਰਜੀ ਕੋਈ ਵਿਆਖਿਆ ਕਰੀ ਜਾਏ, ਜੇ ਨਾਮ ਨਹੀਂ ਹੈ ਉਹਦੇ ਕੋਲ, ਕੱਖ ਵੀ ਨਹੀਂ। ਬਿਨ ਨਾਮ ਬੋਲੇ ਸਭ ਬੇਕਾਰ। ਜਿੰਨਾ ਮਰਜੀ ਪ੍ਰਚਾਰ ਕਰੀ ਜਾਓ, ਜਿੰਨਾ ਮਰਜੀ ਦੁਨੀਆ ਦੇ ਗੇੜੇ ਕੱਢੀ ਜਾਓ, ਪ੍ਰਚਾਰ ਟੋਲੇ ਬਣਾ ਬਣਾ ਕੇ, ਜੇ ਨਾਮ ਦਾ ਅਭਿਆਸ ਨਹੀਂ ਹੈ, ਸਭ ਬੇਕਾਰ ਹੈ। ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਜਿਹੜੇ ਇਸ ਨਾਮ ਦੇ ਵਿੱਚ ਰਤੇ ਗਏ, ਉਹਨਾਂ ਦੀ ਇਹ ਨਹੀਂ ਹੈ ਵੀ ਸ਼ੋਭਾ ਹੁੰਦੀ ਆ, ਉਹਨਾਂ ਦੇ ਜਕਾਰੇ ਵੱਜਦੇ ਨਹੀਂ, ਇਹ ਨਹੀਂ ਹੈ। ਜੈਕਾਰ ਦਾ ਮਤਲਬ ਹੁੰਦਾ ਹੈ ਇੰਟਰਨਲੀ ਨਮਸਕਾਰ। ਜੈਕਾਰ ਦੇ ਰਾਰੇ ਨੂੰ ਔਂਕੜ ਹੈ। ਉਹ ਫਿਰ ਉਹਨਾਂ ਨੂੰ ਆਦਰ ਮਾਣ ਮਿਲਦਾ ਹੈ ਜਿਹੜੇ ਰੱਤੇ ਦੀ ਸਟੇਜ ਤੇ ਪਹੁੰਚਦੇ। ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਇਹ ਹੈ ਜੈਕਾਰ। ਇਹ ਹੈ ਅੰਕ ਨੰਬਰ 33। ਹੁਣ ਮੇਰਾ ਖਿਆਲ ਬੜਾ ਸਿੰਪਲ ਜਾ ਰਿਹਾ ਸਾਡੀ ਜਿਹੜੀ ਸਾਂਝ ਹੈ ਗਿਆਨ ਦੀ, ਬੜੀ ਸੁਖਾਲੀ ਹੋ ਗਈ ਹੈ। ਜਿਹੜੇ ਤਕਰੀਬਨ ਸਾਲ ਤੋਂ ਵੱਧ ਹੋ ਗਿਆ ਸਾਨੂੰ ਸਮਾਂ, ਜਿਹੜੇ ਸੁਣ ਰਹੇ ਨੇ, ਸਮਝ ਰਹੇ ਨੇ, ਉਹਨਾਂ ਦੀ ਰਸਤਾ ਡੈਫੀਨੇਟਲੀ ਮੈਨੂੰ ਮਹਿਸੂਸ ਵੀ ਹੋ ਰਿਹਾ ਕਿ ਸੌਖਾ ਜਾ ਰਿਹਾ। ਇੱਕ ਪਦਾ ਆਪਾਂ ਹੋਰ ਵਿਚਾਰਦੇ ਹਾਂ। ਪੂਰੇ ਗੁਰ ਤੇ ਨਾਮ ਪਾਇਆ ਜਾਏ। ਨਾਮ ਮਿਲਦਾ ਹੀ ਪੂਰੇ ਗੁਰੂ ਤੋਂ ਆ।
जोग जुगत सच रह समाए। उस सच्चे अकाल पुरख दे विच लीन होना ही सही जोग ते जुगती है। 12 में जोगी परमाए सन्यासी 6 4। पर जोगी लोग अपने फिरकियां दी वंड च इन्ने रुझ जाते हैं, उन्होंने संविधानों विच, उन्होंने कॉन्स्टिट्यूशन बनाने च 12 में जोगी परमाए सन्यासी 6 4। गुर कै शब्द जो मर जीवै सो पाए मोख द्वार। जोगी फिरकियां दी वंड दे विच भुल्ले जांदे, सन्यासी लोग उन्हां दे अपने वखरे फिरके ने, ਉਹਦੇ ਵਿੱਚ ਜਿੱਦਾਂ ਸਾਡੇ ਬਣ ਗਏ ਜੀ ਆ ਫਲਾਣੀ ਟਕਸਾਲ ਹੈ, ਫਲਾਣਾ ਜਥਾ ਹੈ, ਆ ਨਾਨਕ ਸਰ ਹੈ, ਆ ਜੀ ਰਾੜੇ ਵਾਲਾ ਹੈ, ਆ ਜੀ ਨਾਮਧਾਰੀ ਨੇ, ਆ ਜੀ ਕਈ ਬਣ ਗਏ ਸਾਡੇ, ਅਸੀਂ ਰੁੱਝ ਗਏ ਉਹਦੇ ਚ। ਅਸੀਂ ਆਪੋ ਆਪਣੇ ਜਿਹੜਾ ਫਿਰਕਾ ਸਾਡਾ ਜਿਹਦੇ ਨਾਲ ਜੁੜ ਗਏ ਅਸੀਂ ਉਹਦੀ ਜੇ ਕੋਈ ਸਾਨੂੰ ਮਾੜੀ ਚੰਗੀ ਗੱਲ ਕਰਦਾ ਅਸੀਂ ਬਰਦਾਸ਼ਤ ਨਹੀਂ ਕਰਦੇ, ਉਹਦੇ ਚ ਰੁੱਝ ਕੇ ਜੁੜ ਗਏ ਉਹਦੇ ਨਾਲ, ਅਕਾਲ ਪੁਰਖ ਤੋਂ ਪੁੰਜ ਗਏ। गुर कै शब्द जो मर जीवै सो पाए मोख द्वार। ये जिउंदे जी मरण की अवस्था है, ये टोटल डिटैच बिन शब्द है सब दूजे लागे देखो हृदय विचार। नानक वड्डे से वडभागी दिन सच रखिया उतार। गुरु घर दे विच होर किसे नूं वड्डा ਜਾਂ ਵਡਭਾਗੀ नहीं मन्निया गया। ਜਿਹੜਾ नाम तो सखना नाम तो हीना है ਉਹਨੂੰ मनमुख ही मन्निया गया है, वो मनमुख ही रहेगा। ਵੱਡਾ ਉਹੀ ਹੈ ਜਿਹੜਾ ਗੁਰਮੁਖ ਸਿਸਟਮ ਦੇ ਵਿੱਚ ਆ ਗਿਆ, ਜਿਹਦੀ ਇੱਕ ਨਾਲ ਪ੍ਰਤੀਤ ਹੈ, ਇੱਕ ਤੇ ਭਰੋਸਾ ਹੈ, ਇੱਕ ਦੁਆਰਾ ਦੀਖਿਤ ਹੁੰਦਾ ਹੈ, ਔਰ ਜਿਹੜਾ ਇੱਕ ਨੂੰ ਜਪਦਾ ਹੈ। ਤਕਰੀਬਨ ਸਾਰਿਆਂ ਪਦਿਆਂ ਦੇ ਵਿੱਚ ਇੱਕੋ ਗੱਲ ਆਈ ਹੈ, ਨਾਮ ਦੀ, ਜਾਂ ਨਾਮ ਦੀ ਸੰਗਤ ਦੀ, ਜਾਂ ਨਾਮ ਨੂੰ ਜਪਣ ਦੀ। ਇਸ ਤਰ੍ਹਾਂ ਜੇ ਅਸੀਂ ਸਮਝਦੇ ਜਾਵਾਂਗੇ ਗੁਰਬਾਣੀ ਨੂੰ, ਬੜਾ ਸਾਡਾ ਜਿਹੜਾ ਰਾਸਤਾ ਹੈ ਉਹ ਸੌਖਾ ਹੁੰਦਾ ਜਾਣਾ, ਬਹੁਤ ਸੌਖਾ ਹੁੰਦਾ। ਬਸ ਇਹ ਜਿਹੜੀ ਟਰਮੀਨੋਲੋਜੀ ਹੈ ਇਹ ਅਸੀਂ ਆਪਣੀ ਠੀਕ ਕਰ ਲੈਣੀ ਹੈ, ਗੁਰਬਾਣੀ ਦੇ ਅਕੋਰਡਿੰਗਲੀ ਸਮਝੇ ਸੂਝੇ ਪੜ੍ਹ ਬੁੱਝੇ। ਇਹਨੂੰ ਬਾਰ-ਬਾਰ ਪੜ੍ਹੋ, ਇਹ ਨਹੀਂ ਹੈ ਵੀ ਇਹਨੂੰ ਪੜ੍ਹਨਾ ਨਹੀਂ ਹੈ, ਨਾ 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 ਨਾ, ਇਹਨੂੰ ਇਹ ਤੇ ਛੱਡਣਾ ਹੀ ਨਹੀਂ ਨਾ। ਪਰ ਦੂਸਰੇ ਪਾਸੇ ਜਦੋਂ ਆਪਾਂ ਕਹਿੰਦੇ ਆ ਕਿ ਪਾਠ ਕਰਨੇ ਆ, ਇੰਨੇ ਪਾਠ ਕਰਨੇ ਆ, ਉਹ ਫਿਰ ਜਿਹੜਾ ਸਾਡਾ ਅਸੀਂ ਪਾਠਾਂ ਦੇ ਵਿੱਚ ਰੁੱਝ ਜਾਂਦੇ, ਜਿੱਦਾਂ ਸਾਡੇ ਨਾਲ ਹੋ ਹੀ ਰਿਹਾ ਹੈ ਨਾ। ਮਤਲਬ ਇਹਨੂੰ ਜੋ ਇਹ ਕਹਿ ਰਿਹਾ ਗੁਰਬਾਣੀ, ਇਹਨੂੰ ਪੜ੍ਹ ਕੇ ਅਮਲ ਚ ਲਿਆਉਣ ਦੀ ਜ਼ਰੂਰਤ ਹੈ। ਇਹਨੂੰ ਪ੍ਰੈਕਟੀਕਲ ਜੀਵਨ ਚ ਲੈ ਕੇ ਆਉਣ ਦੀ ਜ਼ਰੂਰਤ ਹੈ। ਜਦੋਂ ਗੁਰਬਾਣੀ ਦੀ ਸਮਝ ਆ ਜਾਏਗੀ, ਫਿਰ ਕਿਤੇ ਜਾਣ ਦੀ, ਕਿਤੇ ਭਟਕਣ ਦੀ ਲੋੜ ਨਹੀਂ ਰਹਿਣੀ। ਉਦੋਂ ਫਿਰ ਗੁਰਦੁਆਰਾ ਵੀ ਅੰਦਰ, ਤੀਰਥ ਵੀ ਅੰਦਰ, ਤੇ ਤੀਰਥ ਯਾਤਰਾ ਵੀ ਅੰਦਰ। ਇਸੇ ਕਰਕੇ ਬਾਰ-ਬਾਰ ਬੇਨਤੀ ਕਰੀਦੀ ਹੈ ਕਿ ਗੁਰਬਾਣੀ ਨੂੰ ਆਪ ਵੀ ਪੜ੍ਹੋ।